ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ। ਸੌ ਮਣ ਹਸਤੀ ਘਿਓ ਗੁੜ ਖਾਵੈ, ਪੰਜ ਸਾ ਦਾਣਾ ਖਾਏ। ਡਕੈ ਫੂਕੈ ਖੇਹ ਉਡਾਵੈ, ਸਾਹੇ ਗਿਆ ਪੁਛਤਾਏ। ਸੌ ਮਣ ਹਸਤੀ ਘਿਓ ਗੁੜ ਖਾਵੈ, ਪੰਜ ਸੈ ਦਾਣਾ ਖਾਏ। ਡਕੈ ਫੂਕੈ ਖੇਹ ਉਡਾਵੈ, ਸਾਹੇ ਗਿਆ ਪੁਛਤਾਏ। ਅੰਧੀ ਫੂਕ ਮੁਈ ਦੇਵਾਨੀ, ਖਸਮ ਮਿਟੀ ਫੇਰ ਭਾਨੀ। ਅਧ ਗੁਲਾ ਚੜੀ ਕਾ ਚੁਗਨ, ਗੈਨ ਚੜੀ ਬਿਲ ਲਾਏ। ਖਸਮੈ ਭਾਵੈ ਉਹੀ ਚੰਗੀ, ਜੇ ਕਰੇ ਖੁਦਾਏ ਖੁਦਾਏ। ਸਕਤਾ ਸਿਹੀ ਮਾਰੇ ਸਹਿ ਮਿਰਿਆ, ਸਭ ਪਿਛੈ ਪੈ ਖਾਏ। ਹੋਏ ਸਤਾਣਾ ਘੁਰੈ ਨ ਮਾਵੈ, ਸਾਹੇ ਗਿਆ ਪੁਛਤਾਏ। ਅੰਧਾ ਕਿਸ ਨੂੰ ਬੁੱਕ ਸਣਾਵੈ, ਖਸਮੈ ਮੂਲ ਨਾ ਭਾਵੈ। ਅਕ ਸਿਉ ਪ੍ਰੀਤ ਕਰੇ ਅਕ ਤਿੱਡਾ, ਅਕ ਡਾਲੀ ਬਹਿ ਖਾਏ। ਖਸਮੈ ਭਾਵੈ ਉਹ ਚੰਗਾ, ਜੇ ਕਰੇ ਖੁਦਾਏ ਖੁਦਾਏ। ਨਾਨਕ ਦੁਨੀਆ ਚਾਰ ਦਿਹਾੜੇ, ਸੁਖ ਕੀਤਾ ਦੁਖ ਹੋਈ। ਗੱਲਾਂ ਵਾਲੇ ਹੈਣ ਕਨੇਰੇ, ਛੱਡ ਨ ਸਕੈ ਕੋਈ। ਮੱਖੀ ਮਿੱਠਾ ਮਰਨਾ, ਜਿਨ ਤੂੰ ਰੱਖਹਿ ਤਿਨ ਨੇੜ ਨਾ ਆਵੈ। ਤਿਨ ਭਉ ਸਾਗਰ ਤਰਣਾ, ਜਿਨ ਤੂੰ ਰੱਖਹਿ ਤਿਨ ਨੇੜ ਨ ਆਵੈ। ਤਿਨ ਭਉ ਸਾਗਰ ਤਰਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤਸੰਗੀ ਜਨੋ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਸ਼ਾਮ ਦੇ ਸਜੇ ਹੋਏ ਸੁੰਦਰ ਦੀਵਾਨਾਂ ਦੀਆਂ ਆਪ ਜੀਆਂ ਨੇ ਹਾਜ਼ਰੀਆਂ ਭਰੀਆਂ ਹਨ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਪਾਠ, ਗੁਰਬਾਣੀ ਕੀਰਤਨ ਬੜੇ ਪ੍ਰੇਮ ਦੇ ਨਾਲ ਆਪ ਜੀਆਂ ਨੇ ਸਰਵਣ ਕੀਤੇ ਹਨ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਮਲਾਰ ਰਾਗ ਵਿੱਚ ਜੋ ਵਾਰ ਹੈ,
ਉਸ ਦੀ ਵਿਚਾਰ ਚੱਲ ਰਹੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1286 ਅੰਗ ਤੇ ਸ਼ਬਦ ਦੀ ਵਿਚਾਰ ਹੈ। ਅੱਜ ਵਾਲਾ ਪਾਵਨ ਪਵਿੱਤਰ ਸ਼ਲੋਕ ਜੋ ਆਪ ਜੀਆਂ ਨੇ ਸਰਵਣ ਕੀਤਾ ਹੈ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਆਪ ਹੀ ਮਤ ਬੁੱਧ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ। ਸਤਿਗੁਰੂ ਮਹਾਰਾਜ ਜੀ ਦੀ ਅਸੀਸ ਲੈਣ ਵਾਸਤੇ ਤੇ ਮਨ ਦੇ ਟਿਕਾਓ ਲਈ ਸਾਰੀ ਸੰਗਤ ਪਿਆਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅੱਜ ਦਾ ਜੋ ਪਾਵਨ ਪਵਿੱਤਰ ਸ਼ਲੋਕ ਹੈ, ਇਸ ਨੂੰ ਵਿਚਾਰਨ ਤੋਂ ਪਹਿਲਾਂ ਕੱਲ੍ਹ ਵਾਲੇ ਸ਼ਲੋਕ ਨੂੰ ਥੋੜ੍ਹਾ ਜਿਹਾ ਸਮਝਣਾ ਪੈਣਾ ਹੈ, ਕਿਉਂਕਿ ਇੱਕ ਲੜੀ ਚੱਲ ਰਹੀ ਹੈ। ਜਿਸ ਪੌੜੀ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਹ ਸ਼ਲੋਕ ਹਨ, ਕੱਲ੍ਹ ਵਾਲਾ ਸ਼ਲੋਕ ਲਗਭਗ ਉਹ ਜਿਹੜੀ ਵਿਚਾਰ ਸੀ ਉਹਦੇ ਵਿੱਚ ਜਿਹੜੇ ਧਾਰਮਿਕ ਲੋਕ ਨੇ ਉਹਨਾਂ ਦਾ ਜ਼ਿਕਰ ਸੀ, ਤੇ ਅੱਜ ਵਾਲੀ ਵਿਚਾਰ ਦੇ ਵਿੱਚ ਜਿਹੜੇ ਲੋਕ ਧਨ, ਪਦਾਰਥ, ਦੌਲਤ, ਰਾਜ, ਪ੍ਰਭਤਾ ਇਹਨੂੰ ਮਾਣ ਕੇ ਹੰਕਾਰੀ ਹੋ ਜਾਂਦੇ ਨੇ, ਉਹਨਾਂ ਦੀ ਦੁਰਦਸ਼ਾ, ਉਹ ਕਿਸ ਤਰ੍ਹਾਂ ਦੇ ਲੋਕ ਹੁੰਦੇ ਨੇ, ਅੱਜ ਦੇ ਸ਼ਬਦ ਵਿੱਚ ਇਹ ਜ਼ਿਕਰ ਹੈ। ਤਾਂ ਕਰਕੇ ਥੋੜ੍ਹਾ ਜਿਹਾ ਕੱਲ੍ਹ ਵਾਲੇ ਸ਼ਬਦ ਨੂੰ ਸਮਝਣਾ ਪੈਣਾ ਹੈ। ਕੱਲ੍ਹ ਵਾਲੇ ਸ਼ਬਦ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਦਰਸਾਇਆ ਸੀ ਕਿ ਜਿਨ੍ਹਾਂ ਦੇ ਕੋਲ ਗੁਣ ਕੋਈ ਨਹੀਂ ਹੈ, ਉਹ ਆਪਣਾ ਡੇਰਾ ਚਮਕਾਉਣ ਵਾਸਤੇ, ਆਪਣੀ ਗੱਦੀ ਚਮਕਾਉਣ ਵਾਸਤੇ ਆਪਣੀ ਜਗ੍ਹਾ 'ਤੇ ਆਪਣੇ ਚੇਲੇ ਨੂੰ ਸਥਾਪਿਤ ਕਰ ਦਿੰਦੇ ਨੇ, ਤੇ ਜਿਹੜਾ ਚੇਲਾ ਉੱਥੇ ਅੱਗੇ ਬੈਠ ਜਾਂਦਾ ਹੈ ਉਹਦੇ ਵਿੱਚ ਕੋਈ ਗੁਣ ਨਹੀਂ ਹੈ, ਬਿਨਾਂ ਗੁਣ ਤੋਂ ਉਹਨੂੰ ਬਿਠਾ ਦਿੱਤਾ ਤੇ ਇੱਕ ਸੇਲੀ ਟੋਪੀ ਦੇ ਦਿੱਤੀ ਉਹਨੂੰ। ਉਹ ਸੇਲੀ ਟੋਪੀ ਲੈ ਕੇ ਡੇਰੇ ਦਾ ਮੁਖੀ ਬਣ ਗਿਆ। ਤੇ ਸਾਹਿਬ ਜੀ ਕਹਿੰਦੇ ਹਾਲਤ ਉਹਦੀ ਇਹ ਬਣ ਗਈ ਵੀ ਚੂਹਾ ਜਿਵੇਂ ਖੁੱਡ ਵਿੱਚ ਵੜ ਨਹੀਂ ਸਕਦਾ ਤੇ ਉਹਨੇ ਨਾਲ ਛੱਜ ਬੰਨ੍ਹ ਲਿਆ ਹੋਵੇ ਚੂਹੇ ਨੇ, ਤੇ ਉਹ ਖੁੱਡ ਵਿੱਚ ਪਹਿਲਾਂ ਹੀ ਨਹੀਂ ਵੜ ਸਕਦਾ, ਪਰ ਛੱਜ ਬੰਨ੍ਹ ਕੇ ਕਿਸ ਤਰ੍ਹਾਂ ਵੜ ਜਾਏਗਾ। ਕੱਲ੍ਹ ਵਾਲੇ ਸ਼ਬਦ ਵਿੱਚ ਇਹ ਸੀ ਕਿ ਕੁੱਲ੍ਹਾਂ ਦੇਂਦੇ ਬਾਵਲੇ, ਲੈਂਦੇ ਵੱਡੇ ਨਿਲੱਜ। ਕੱਲ੍ਹ ਮੈਂ ਵਿਚਾਰ ਕੀਤੀ ਸੀ ਵੀ ਇਹ ਜਿਹੜਾ ਸ਼ਬਦ ਹੈ ਇਹਦੀ ਵਿਆਖਿਆ ਕਰਨ ਲੱਗਿਆਂ ਤੇ ਸੁਣਨ ਲੱਗਿਆਂ ਬੜਾ ਵੱਡਾ ਜਿਗਰਾ ਚਾਹੀਦਾ ਹੈ, ਕਰਨ ਵਾਲੇ ਦਾ ਵੀ ਤੇ ਸੁਣਨ ਵਾਲੇ ਦਾ ਵੀ, ਕਿਉਂਕਿ ਗੁਰਬਾਣੀ ਨੇ ਲਿਹਾਜ਼ ਨਹੀਂ ਕਿਸੇ ਦਾ ਕਰਨਾ, ਭਾਵੇਂ ਉਹਦੇ ਵਿੱਚ ਅਸੀਂ ਰਾਗੀ, ਢਾਡੀ, ਪ੍ਰਚਾਰਕ, ਧਾਰਮਿਕ ਲੋਕ ਆਈਏ, ਭਾਵੇਂ ਸਮਾਜਿਕ ਲੋਕ ਆਉਣ ਤੇ ਭਾਵੇਂ ਰਾਜਨੀਤਿਕ ਲੋਕ ਆਉਣ। ਗੁਰਬਾਣੀ ਜਿਹੜੀ ਹੈ ਇਹ ਸਾਰਿਆਂ ਵਾਸਤੇ ਹੁੰਦੀ ਹੈ, ਨਹੀਂ ਵੀ ਇੱਕ ਬੰਦੇ ਵਾਸਤੇ ਹੈ, ਸਮੁੱਚੀ ਮਾਨਵਤਾ ਵਾਸਤੇ ਹੁੰਦੀ ਹੈ। ਤੇ ਉਹ ਜਿਹੜੇ ਸ਼ਬਦ ਹੁੰਦੇ ਨੇ, ਫਿਰ ਜਿੱਥੇ ਜਿੱਥੇ ਬੰਦੇ ਦੀ ਕਮਜ਼ੋਰੀ ਹੁੰਦੀ ਹੈ ਉਹਨੂੰ ਇਉਂ ਲੱਗਦਾ ਕਿ ਸਿੱਧਾ ਮੈਨੂੰ ਹੀ ਇਹ ਸ਼ਬਦ ਕਿਹਾ ਜਾ ਰਿਹਾ। ਤੇ ਮੈਂ ਕੱਲ੍ਹ ਇਹ ਬੇਨਤੀ ਕੀਤੀ ਸੀ ਵੀ ਤੁਹਾਨੂੰ ਕਦੇ ਵੀ ਕਿਸੇ ਬਾਬੇ ਨੇ ਇਹ ਸ਼ਬਦ ਆਪਣੀ ਕਥਾ ਦੇ ਵਿੱਚ ਨਹੀਂ ਸੁਣਾਇਆ ਹੋਵੇਗਾ, ਕਿਉਂਕਿ ਸ਼ਬਦ ਹੀ ਅਸਲ ਵਿੱਚ ਆਪਣੇ ਆਪ ਦੇ ਵਿੱਚ ਇੰਨਾ ਸੰਪੂਰਨ ਤੇ ਸਖਤ ਨਹੀਂ ਮੈਂ ਕਹਿ ਸਕਦਾ, ਪਰ ਇਹ ਕਹਿ ਸਕਦਾ ਕਿ ਇਹ ਸ਼ਬਦ ਜੇ ਕਿਤੇ ਸੱਚਮੁੱਚ ਇਹਦੀ ਵਿਆਖਿਆ ਹਰ ਪ੍ਰਚਾਰਕ ਕਰਨ ਲੱਗ ਪਵੇ ਤੇ ਅਸੀਂ ਸਮਝ ਸਕਾਂਗੇ ਕਿ ਬਹੁਤ ਤਰ ਜਿਹੜਾ ਪੰਜਾਬ ਦੇ ਵਿੱਚ ਵਧਿਆ ਡੇਰਾਵਾਦ ਹੈ ਜਾਂ ਲੋਕ ਗੁੰਮਰਾਹ ਹੋਏ ਨੇ, ਥੋੜ੍ਹਾ ਬਹੁਤ ਕੁਝ ਨਾ ਕੁਝ ਉਹਦਾ ਬਚਾਅ ਹੋ ਸਕਦਾ ਹੈ। ਸ਼ਬਦ ਕੀ ਹੈ? ਸਾਹਿਬ ਕਹਿੰਦੇ ਕੁੱਲ੍ਹਾਂ ਦੇਂਦੇ ਬਾਵਲੇ, ਲੈਂਦੇ ਵੱਡੇ ਨਿਲੱਜ। ਕੁੱਲ ਦਾ ਅਰਥ ਹੈ ਕਿ ਟੋਪੀ ਦੇਣੀ, ਆਪਣੀ ਜਗ੍ਹਾ 'ਤੇ ਆਪਣੇ ਚੇਲੇ ਨੂੰ ਸਥਾਪਿਤ ਕਰਨਾ। ਤੇ ਸਾਹਿਬ ਕਹਿੰਦੇ ਜਿਹੜਾ ਟੋਪੀ ਦੇ ਰਿਹਾ ਨਾ, ਆਪਣੀ ਜਗ੍ਹਾ 'ਤੇ ਬਿਠਾ ਰਿਹਾ, ਉਹ ਬੜਾ ਵੱਡਾ ਪਾਗਲ ਹੈ। ਬਾਵਲ ਦਾ ਭਾਵ ਹੈ ਪਾਗਲ ਹੈ, ਮੂਰਖ ਹੈ। ਤੇ ਲੈਂਦੇ ਵੱਡੇ ਨਿਲੱਜ, ਹੁਣ ਇਹ ਕਿੱਡੀ ਵੱਡੀ ਗੱਲ ਹੈ ਵੀ ਜਿਹੜਾ ਉਹਦੀ ਜਗ੍ਹਾ 'ਤੇ ਬਹਿ ਰਿਹਾ ਉਹ ਉਦੋਂ ਵੀ ਵੱਡਾ ਬਸ਼ਰਮ ਹੈ। ਹੁਣ ਕੀ ਇਹ ਬਾਬਾ ਕੋ ਕਥਾ ਕਰੂ ਇਹਦੀ ਵੀ ਜਿਹੜਾ ਮੇਰੀ ਜਗ੍ਹਾ 'ਤੇ ਮੈਂ ਬਿਠਾ ਕੇ ਚੱਲਿਆ ਮੇਰੇ ਤੋਂ ਵੱਡਾ ਬਸ਼ਰਮ ਹੋਏਗਾ? ਉਹ ਬਾਣੀ ਕਹਿ ਰਹੀ ਹੈ, ਮੈਂ ਆਪਣੇ ਕੋਲੋਂ ਨਹੀਂ ਕੁਝ ਕਹਿ ਰਿਹਾ। ਸਾਹਿਬ ਕਹਿੰਦੇ ਨੇ ਆਪਣੀ ਜਗ੍ਹਾ 'ਤੇ ਬਿਠਾਉਣ ਵਾਲਾ ਉਹ ਵੀ ਪਾਗਲ, ਜਿਹਨੇ ਗੁਣ ਨਹੀਂ ਕੋਈ ਦੇਖਿਆ ਤੇ ਉਸ ਤਰ੍ਹਾਂ ਹੀ ਉਹਨੂੰ ਜਗ੍ਹਾ 'ਤੇ ਬਿਠਾਤਾ। ਹੁੰਦਾ ਇੱਦਾਂ ਹੀ ਹੈ, ਜਿਹੜਾ ਬਾਬਾ ਮਰ ਗਿਆ ਅੱਗੋਂ ਉਹਦਾ ਪੁੱਤ ਬਹਿ ਗਿਆ, ਉਹਦਾ ਭਰਾ ਬਹਿ ਗਿਆ, ਉਹਦਾ ਭਤੀਜਾ ਬਹਿ ਗਿਆ। ਉਹ ਆਪਣੀ ਜਗ੍ਹਾ 'ਤੇ ਆਪਣੇ ਕੋਈ ਗੁਣਾਂ ਵਾਲਾ ਨਹੀਂ, ਜਿਹੜਾ ਉਹਦਾ ਚੇਲਾ ਚਾਟੜਾ ਹੈ, ਜਾਂ ਉਹਦਾ ਪਹਿਲੀ ਗੱਲ ਤੇ ਪਰਿਵਾਰ ਹੀ ਅੱਗੋਂ ਤੁਰਿਆ ਆਉਂਦਾ। ਹਰ ਥਾਂ ਤੁਸੀਂ ਦੇਖ ਲਓ ਇੱਦਾਂ ਚੱਲ ਰਿਹਾ, ਪਰ ਕਿਤੇ ਕਿਤੇ ਜੇ ਪਰਿਵਾਰ ਨਹੀਂ ਤੇ ਉੱਥੇ ਹੋਰ ਕੁਝ ਕਾਰਨ ਹੋ ਸਕਦੇ ਆ।
ਸਾਹਿਬ ਜੀ ਕਹਿੰਦੇ ਨੇ ਚੂਹਾ ਖੱਡ ਨਾ ਮਾਵਈ ਤਿੱਕਲ ਬੰਨੇ ਛੱਜ, ਵੀ ਚੂਹਾ ਖੱਡ 'ਚ ਤਾਂ ਵੜ ਨਹੀਂ ਸਕਦਾ। ਭਾਵ ਮਨੁੱਖ ਦੀ ਗੱਲ ਹੈ ਵੀ ਤੇਰਾ ਪਾਰ ਉਤਾਰਾ ਤੇ ਆਪਣਾ ਹੀ ਨਹੀਂ ਪਹਿਲਾਂ ਹੋ ਸਕਦਾ, ਤੂੰ ਪਿੱਛੋਂ ਡੇਰੇ ਦਾ ਐਡਾ ਵੱਡਾ ਛੱਜ ਨਾਲ ਬੰਨ ਲਿਆ ਹੈ। ਸਾਹਿਬ ਜੀ ਕਹਿੰਦੇ ਨੇ ਦੇਨ ਦਵਾਈ ਸੇ ਮਰੇ। ਫਿਰ ਕੀ ਕਹਿੰਦਾ, ਗੱਦੀ ਤੇ ਬੈਠ ਕੇ ਉਹ ਫਿਰ ਕਹਿੰਦੇ ਅਸੀਂ ਤੁਹਾਨੂੰ ਦੁਆਵਾਂ ਦਿਆਂਗੇ, ਤੁਹਾਡਾ ਕੋਈ ਨੁਕਸਾਨ ਨਹੀਂ ਹੋਏਗਾ। ਸਾਹਿਬ ਕਹਿੰਦੇ ਦੁਆਵਾਂ ਦੇਣ ਵਾਲਾ ਵੀ ਮਰ ਗਿਆ ਤੇ ਦੁਆਵਾਂ ਲੈਣ ਵਾਲੇ ਵੀ ਮਰ ਗਏ। ਭਾਵ ਅਸੀਸਾਂ ਦੇਣ ਵਾਲਾ ਵੀ ਮਰ ਗਿਆ ਤੇ ਅਸੀਸ ਲੈਣ ਵਾਲੇ ਵੀ ਮਰ ਗਏ। ਨਾਨਕ ਹੁਕਮ ਨਾ ਜਾਪੇ ਕਿੱਥੇ ਜਾਏ ਸਮਾਏ। ਕਿਸੇ ਨੂੰ ਨਹੀਂ ਪਤਾ ਲੱਗਿਆ ਵੀ ਮਰ ਕੇ ਬੰਦਾ ਕਿੱਥੇ ਚਲਿਆ ਗਿਆ। ਤੇ ਅਗਲਾ ਬਚਨ ਹੈ ਫਸਲ ਆਹਾੜੀ ਏਕ ਨਾਮ ਸਾਵਣੀ ਸੱਚ ਨਾਉ। ਸਾਹਿਬ ਜੀ ਕਹਿੰਦੇ ਨੇ ਜਦੋਂ ਫਸਲਾਂ ਹੁੰਦੀਆਂ ਝੋਨੇ ਦੀ ਤੇ ਕਣਕ ਦੀ ਫਸਲ ਹੁੰਦੀ ਹੈ, ਇੱਕ ਸਾਉਣੀ ਤੇ ਇੱਕ ਅਸੀਂ ਹਾੜੀ ਕਹਿੰਦੇ ਹਾਂ। ਫਿਰ ਕੀ ਕਰਦੇ ਡੇਰੇਦਾਰ, ਇਹ ਲੋਕਾਂ ਦੇ ਘਰਾਂ ਵਿੱਚ ਬੋਰੀਆਂ ਸੁੱਟਦੇ ਨੇ ਤੇ ਉਹਨਾਂ ਦੇ ਘਰਾਂ ਵਿੱਚੋਂ ਲਿਜਾ ਕੇ ਫਿਰ ਇਹ ਕਣਕ ਤੇ ਝੋਨਾ ਇਕੱਠਾ ਕਰਕੇ ਜਮ੍ਹਾਂ ਕਰ ਲੈਂਦੇ ਨੇ। ਉਹਦੇ ਨਾਲ ਉਹ ਕੀ ਕਰਦੇ ਆ ਕੀ ਨਹੀਂ ਕਰਦੇ ਇਹ ਕਿਸੇ ਨੂੰ ਕੋਈ ਨਹੀਂ ਪਤਾ ਹੈ। ਪਰ ਜੇ ਕੋਈ ਮੰਨ ਲਓ ਕਿ ਉਹਦੇ ਨਾਲ ਕੋਈ ਹਸਪਤਾਲ ਬਣਾ ਰਿਹਾ, ਕੋਈ ਸਕੂਲ ਕਾਲਜ ਬਣਾ ਰਿਹਾ, ਕੋਈ ਬੱਚਿਆਂ ਦੀ ਪੜ੍ਹਾਈ ਦਾ ਕਿਸੇ ਨੂੰ ਫਿਕਰ ਹੈ, ਬੱਚਿਆਂ ਦੇ ਭਵਿੱਖ ਵਾਸਤੇ ਕੋਈ ਸੋਚ ਰਿਹਾ, ਤੇ 1-ਅੱਧਾ% ਤੁਸੀਂ ਇਹਨੂੰ ਰੱਖ ਸਕਦੇ ਹੋ। ਬਹੁ ਗਿਣਤੀ ਤੁਸੀਂ ਵੇਖ ਲਓ ਤੇ ਉਹਨਾਂ ਦਿਨਾਂ 'ਚ ਪਤਾ ਕੀ ਹੁੰਦਾ ਹੈ, ਉਹਨਾਂ ਦਿਨਾਂ 'ਚ ਨਕਲੀ ਹੀ ਬੰਦੇ ਬਣ ਕੇ ਜਿਹੜੇ ਆ ਕਾਰ ਸੇਵਾ ਦੇ ਨਾਂ ਦੇ ਉੱਤੇ ਚੋਲੇ ਪਾ ਲੈਂਦੇ ਆ, ਗੱਡੀ ਇੱਕ ਲੈ ਲੈਂਦੇ, ਉੱਤੇ ਕਾਰ ਸੇਵਾ ਸ਼ਬਦ ਲਿਖ ਦਿੰਦੇ ਆ, ਲੋਕਾਂ ਦੇ ਘਰਾਂ ਵਿੱਚ ਜਾ ਕੇ ਗਰਾਹੀਆਂ ਕਰਦੇ, ਮੁੜ ਕੇ 6 ਮਹੀਨੇ ਉਹ ਮੌਜਾਂ ਮਾਣਦੇ ਆ। ਪੰਜਾਬ ਦੀ ਧਰਤੀ ਤੇ ਇਹੀ ਕੁਝ ਹੁੰਦਾ ਹੈ। ਮੈਂ ਸੋਚਦਾ ਪਿਆ ਸੀ ਕਿ ਕੀ ਜਿਹੜਾ ਅੱਜ ਕਿਸਾਨ 20-20, 25-25 ਜਾਂ 30-30, 40-45 ਹਜ਼ਾਰ ਦੇ ਕਰਜ਼ੇ ਕਰਕੇ ਹੀ ਖੁਦਕਸ਼ੀ ਕਰੀ ਜਾਂਦਾ, ਮਰੀ ਜਾਂਦਾ ਹੈ, ਤੇ ਕਿਸੇ ਬਾਬੇ ਨੇ ਹਾਂ ਦਾ ਨਾਰਾ ਮਾਰਿਆ ਸਰਕਾਰ ਨੂੰ ਤੁਸੀਂ ਛੱਡੋ ਨਾ, ਇੱਕ ਪੱਖ ਉਹਦੇ ਵੱਖਰਾ ਰਹਿਣ ਦਿਓ, ਉਹਦੇ ਅਗਲੇ ਸ਼ਬਦ 'ਚ ਗੱਲ ਆ ਜਾਣੀ ਹੈ। ਕਦੀ ਕਿਸੇ ਬਾਬੇ ਨੇ ਦੇਖਿਆ ਹੋਵੇ ਵੀ ਕਿਸਾਨ ਮਰਦੇ ਪਏ ਨੇ, ਵੀ ਕਿਉਂ ਮਰਦੇ ਨੇ, ਇਹਨਾਂ ਦੇ ਸਿਰ ਉੱਤੇ ਕਰਜ਼ਾ ਹੈ, ਤੇ ਕਿਸੇ ਬਾਬੇ ਨੇ ਆਵਾਜ਼ ਉਠਾਈ ਵੀ ਇੰਨੇ ਚਿਰ ਤੋਂ ਅਸੀਂ ਤੁਹਾਡੇ ਕੋਲੋਂ ਫਸਲਾਂ ਲੈਂਦੇ ਹਾਂ, ਹਾੜੀ ਲੈ ਗਏ, ਸਾਉਣੀ ਲੈ ਗਏ ਤੁਹਾਡੇ ਕੋਲੋਂ, ਪਰ ਤੇਰੇ ਸਿਰ ਤੇ ਵੀ ਜ਼ਿਮੀਂਦਾਰਾ ਕਿੰਨਾ ਕੁ ਕਰਜ਼ਾ ਹੈ। ਤੇ ਕੋਈ ਕਹੇਗਾ 20, ਕੋਈ 25, ਕੋਈ 50 ਤੱਕ ਹੋਏਗਾ, ਜਾਂ ਕਿਸੇ ਤੇ ਲੱਖ ਵੀ ਹੋ ਸਕਦਾ ਹੈ। ਤੇ ਇੱਕ ਬਾਬੇ ਨੂੰ ਲੱਖ ਰੁਪਈਆ ਦੇਣਾ ਕਿੱਡੀ ਕੁ ਵੱਡੀ ਗੱਲ ਹੈ। ਜੇ ਉਹ ਐਸਾ ਕਰੇ ਤੇ ਮੈਂ ਕਹਿੰਦਾ ਬਾਬੇ ਨੂੰ 10 ਲੱਖ ਲੋਕਾਂ ਭੇਜ ਦੇਣਾ, ਉਹਨੇ ਇੱਕ ਦੇਣਾ ਨਾ, ਲੋਕਾਂ 10 ਭੇਜ ਦੇਣਾ ਵੀ ਬੜਾ ਚੰਗਾ ਕੰਮ ਕੀਤਾ ਇਸ ਬੰਦੇ ਨੇ, ਵੀ ਜ਼ਿਮੀਂਦਾਰ ਦੇ ਬਾਰੇ ਸੋਚਿਆ ਹੈ। ਪਰ ਐਸਾ ਹੋ ਨਹੀਂ ਰਿਹਾ। ਸਾਹਿਬ ਜੀ ਕਹਿੰਦੇ ਨੇ ਹਾੜੀ ਤੇ ਸਾਉਣੀ ਫਸਲ ਜਿਹੜੀ ਹੈ ਉਹ ਲੈ ਕੇ ਆਪਣੇ ਡੇਰਿਆਂ ਦੇ ਵਿੱਚ ਡੇਰੇਦਾਰ ਉਹਦੇ ਨਾਲ ਮੌਜਾਂ ਮਾਣਦੇ ਨੇ। ਮੈਂ ਆਪਣੇ ਪਰਮਾਤਮਾ ਦੇ ਨਾਮ ਨੂੰ ਹੀ ਹਾੜੀ ਸੌੜੀ ਫਸਲ ਬਣਾਇਆ ਹੈ। ਤੇ ਸਤਿਗੁਰੂ ਮਹਾਰਾਜ ਜੀ ਇਹ ਸੀ ਇੱਕ ਧਾਰਮਿਕ ਲੋਕਾਂ ਦਾ ਜ਼ਿਕਰ ਉੱਪਰਲੇ ਸ਼ਬਦ ਵਿੱਚ। ਅੱਜ ਦਾ ਜਿਹੜਾ ਸ਼ਬਦ ਹੈ ਉਹਦੀ ਵਿਚਾਰ ਨਾਲ ਆਓ ਜੁੜੀਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਥੇ 2 ਉਦਾਹਰਨਾਂ ਲਈਆਂ ਨੇ, ਇੱਕ ਲਈ ਹੈ ਸ਼ੇਰ ਦੀ, ਇੱਕ ਲਈ ਹਾਥੀ ਦੀ ਉਦਾਹਰਨ, ਤੇ ਦੂਜੇ ਬੰਨੇ ਇੱਕ ਉਦਾਹਰਨ ਚਿੜੀ ਦੀ ਲਈ ਹੈ, ਤੇ ਇੱਕ ਜਿਹੜਾ ਅੱਖ ਦੇ ਉੱਤੇ ਬਹਿਣ ਵਾਲਾ ਨਿੱਕਾ ਜਿਹਾ ਟਿੱਡਾ ਹੈ ਉਹਦੀ ਉਦਾਹਰਨ। ਹੁਣ ਗੱਲ ਮੈਂ ਜਦੋਂ ਇਹ ਸ਼ਬਦ ਨੂੰ ਬਾਰ-ਬਾਰ ਵੇਖਦਾ ਪਿਆ, ਬਾਰ-ਬਾਰ ਵਾਚਦਾ ਪਿਆ ਸੀ, ਕਿਉਂਕਿ ਜਦੋਂ ਸ਼ਬਦ ਦੀ ਵਿਚਾਰ ਕਰਨੀ ਹੋਵੇ ਤੇ ਕਈ ਉਸ ਸ਼ਬਦ ਨੂੰ ਦਿਨ ਪਹਿਲਾਂ ਵੇਖਣਾ ਪੈਂਦਾ, ਜਾਂ ਸਵੇਰ ਤੋਂ ਸ਼ਾਮਾਂ ਤੱਕ ਵੇਖੀ ਜਾਈਦਾ ਵੀ ਇਹ ਸ਼ਬਦ ਦੇ ਅਰਥ ਕੀ ਹੋਣਗੇ, ਇਹ ਸਾਡੇ ਤੇ ਕਿਵੇਂ ਢੁਕੇਗਾ। ਵੈਸੇ ਤਾਂ ਅਖਰੀ ਅਰਥ 2 ਮਿੰਟ 'ਚ ਕਰਕੇ ਆਪਾਂ ਅੱਗੇ ਲੰਘ ਸਕਦੇ ਹਾਂ, ਪਰ ਜਦੋਂ ਬਾਰ-ਬਾਰ ਵਾਚੀਦਾ ਵੀ ਮਹਾਰਾਜ ਤੁਸੀਂ ਸਿਰ ਤੇ ਹੱਥ ਰੱਖੋ ਕਿ ਸ਼ਬਦ ਨੂੰ ਅਸੀਂ ਵਿਚਾਰ ਸਕੀਏ ਵੀ ਇੱਥੇ ਹਾਥੀ ਦੀ ਗੱਲ ਨਹੀਂ ਹੈ, ਵੀ ਹਾਥੀ ਨੂੰ ਥੋੜ੍ਹਾ ਕਥਾ ਸੁਣਾਉਣੀ ਹੈ, ਸ਼ੇਰ ਨੂੰ ਥੋੜ੍ਹਾ ਕਥਾ ਸੁਣਾਉਣੀ ਹੈ, ਜਾਂ ਚਿੜੀ ਤੇ ਜਿਹੜਾ ਟਿੱਡਾ ਉਹਨੂੰ ਥੋੜ੍ਹਾ ਕਥਾ ਆਪਾਂ ਸੁਣਾਉਣੀ। ਮਹਾਰਾਜ ਸੁਣਾਉਣੀ ਤਾਂ ਅਸੀਂ ਮਨੁੱਖਾਂ ਨੂੰ ਹੈ ਕਥਾ, ਪਰ ਉਹਨਾਂ ਨੂੰ ਕਿਵੇਂ ਸੁਣਾਵਾਂਗੇ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਮੱਤ ਬੁੱਧ ਬਖਸ਼ੀ ਹੈ ਉਹਦੇ ਮੁਤਾਬਕ ਜੋ ਮੈਂ ਵਿਚਾਰ ਕਰ ਰਿਹਾ, ਅੰਤਮ ਫੈਸਲਾ ਨਹੀਂ ਹੈ, ਪਰ ਹਰ ਇੱਕ ਵਿਦਵਾਨ ਆਪਣੀ ਆਪਣੀ ਸਮਝ ਸੂਝ ਬੂਝ ਮੁਤਾਬਕ ਉਹਦੀ ਵਿਚਾਰ ਕਰਦਾ ਹੈ। ਸਾਹਿਬ ਜੀ ਇੱਥੇ ਕਹਿ ਰਹੇ ਨੇ, ਪਹਿਲੀਆਂ ਪੰਕਤੀਆਂ ਨੇ 100 ਮਣ ਹਸਤੀ ਘਿਓ ਗੁੜ ਖਾਵੈ 500 ਦਾਣਾ ਖਾਏ। ਪਹਿਲੀ ਪੰਕਤੀ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਹਾਥੀ ਹੈ ਉਹਦੀ ਖੁਰਾਕ ਬਹੁਤ ਜ਼ਿਆਦੀ ਹੈ। ਸਾਹਿਬ ਜੀ ਕਹਿੰਦੇ ਮਣਾ ਮੂੰਹੀ ਉਹ ਹਾਥੀ ਖੁਰਾਕ ਖਾਂਦਾ ਹੈ। ਤੇ ਸਾਹਿਬ ਜੀ ਕਹਿੰਦੇ ਖਾਣ ਤੋਂ ਬਾਅਦ ਫਿਰ ਕੀ ਕਰਦਾ, ਡੱਕੈ ਫੂਕੈ ਖੇ ਉਡਾਵੈ ਸਾਹੇ ਗਿਆ ਪੁਛਤਾਏ। ਅਖਰੀ ਅਰਥ ਬਣ ਗਏ ਵੀ ਹਾਥੀ ਨੇ ਮਣਾ ਮੂੰਹੀ ਰਾਸ਼ਨ ਖਾ ਲਿਆ, ਉਸ ਤੋਂ ਬਾਅਦ ਫਿਰ ਉਹ ਫੂਕਾਂ ਮਾਰਦਾ ਹੈ, ਫੁਕਾਰੇ ਮਾਰਦਾ ਹੈ, ਉਹ ਮਸਤਿਆ ਹੋਇਆ, ਕਿਸੇ ਦੇ ਕੋਲੋਂ ਕਾਬੂ ਨਹੀਂ ਆਉਂਦਾ। ਪਰ ਜਦੋਂ ਉਹਦੇ ਸਵਾਸ ਨਿਕਲੇ ਜ਼ਮੀਨ ਤੇ ਢਹਿ ਪਿਆ, ਡਿੱਗ ਪਿਆ ਜ਼ਮੀਨ ਤੇ। ਇੰਨਾ ਕੁਝ ਉਸ ਹਾਥੀ ਦੇ ਕੋਲੇ ਸੀ, ਪਰ ਇੱਕ ਖਿੰਨ ਵਿੱਚ ਹੀ ਧਰਤੀ ਤੇ ਡਿੱਗ ਪਿਆ। ਕੁਝ ਵੀ ਉਸ ਦੇ ਕੋਲੋਂ ਹੁਣ ਹੋ ਨਹੀਂ ਸਕਦਾ ਕਿਉਂਕਿ ਸਵਾਸ ਨਿਕਲ ਗਿਆ। ਹੁਣ ਅਸੀਂ ਇਸ ਸ਼ਬਦ ਨੂੰ ਆਓ ਗੁਰੂ ਮਹਾਰਾਜ ਜੀ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਲੈ ਕੇ ਕਿ ਅੱਜ ਦੇ ਸ਼ਬਦ ਵਿੱਚ ਕੀ ਕਹਿ ਰਹੇ। ਇੱਥੇ ਗੱਲ ਹੈ ਹੰਕਾਰੀ ਮਨੁੱਖ ਦੀ।
ਹਾਥੀ ਤੋਂ ਭਾਵ ਹੈ ਹੰਕਾਰੀ ਮਨੁੱਖ, ਜਿਹੜਾ ਮਨੁੱਖ ਆਪਣੇ ਕੋਲੇ ਧਨ ਪਦਾਰਥਾਂ ਨੂੰ ਇਕੱਤਰ ਕਰ ਕਰਕੇ ਤੇ ਨਾਲ ਨਾਲ ਹੰਕਾਰੀ ਹੁੰਦਾ ਜਾ ਰਿਹਾ। ਸਾਹਿਬ ਜੀ ਕਹਿੰਦੇ ਇੰਨਾ ਹੰਕਾਰੀ ਹੋ ਗਿਆ, ਇੰਨਾ ਹੰਕਾਰੀ ਹੋ ਗਿਆ, ਉਹਨੂੰ ਧਰਤੀ ਤੇ ਤੁਰਿਆ ਜਾਂਦਾ ਗਰੀਬ ਤਾਂ ਨਜ਼ਰ ਹੀ ਨਹੀਂ ਆਉਂਦਾ। ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਕੁਝ ਪ੍ਰਮਾਣ ਲੈ ਲਈਏ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਗਰਬ ਨਾ ਕੀਜੀਏ, ਉੱਚਾ ਦੇਖ ਆਵਾਸ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹੰਕਾਰ ਨਹੀਂ ਕਰਨਾ ਚਾਹੀਦਾ। ਉੱਚਾ ਦੇਖ ਆਵਾਸ ਦਾ ਮਤਲਬ ਹੈ ਵੀ ਤੂੰ ਉੱਚੀਆਂ ਮਹਿਲ ਮਾੜੀਆਂ ਦਾ ਮਾਲਕ ਹੈ, ਪਰ ਇਹਦਾ ਹੰਕਾਰ ਨਾ ਕਰੀ। ਕਬੀਰ ਗਰਬ ਨਾ ਕੀਜੀਏ, ਉੱਚਾ ਦੇਖ ਆਵਾਸ। ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ। ਕਹਿਣ ਲੱਗੇ 1-2 ਦਿਨ ਬਾਅਦ ਧਰਤੀ ਤੇ ਤੂੰ ਲੇਟ ਜਾਣਾ ਤੇ ਘਾਹ ਉੱਤੇ ਜੰਮ ਜਾਏਗਾ। ਆਓ ਬਾਬਾ ਫਰੀਦ ਸਾਹਿਬ ਨੂੰ ਪੁੱਛੀਏ। ਬਾਬਾ ਫਰੀਦ ਸਾਹਿਬ ਕਹਿੰਦੇ ਜਦੋਂ ਬੰਦਾ ਜਿਉਂਦਾ ਹੁੰਦਾ ਹੈ ਉਹਦੇ ਮਨ ਵਿੱਚ ਹੁੰਦਾ ਹੰਕਾਰ ਨੂੰ ਪੱਠੇ ਪਾਉਣ ਵਾਸਤੇ। ਉਹ ਕੀ ਕਰਦਾ ਹੈ? ਉਹ ਕਹਿੰਦਾ ਜਦੋਂ ਮੈਂ ਚੱਲਾਂ ਉਦੋਂ ਵੀ ਮੇਰੇ ਅੱਗੇ ਤੂਤੀਆਂ ਵਾਜੇ ਵੱਜਣ, ਜਦੋਂ ਮੈਂ ਕਿਤੇ ਜਾਵਾਂ ਮੇਰੇ ਜਾਣ ਤੋਂ ਪਹਿਲਾਂ ਹੀ ਮੇਰੀ ਸਿਫਤ ਦੇ ਵਿੱਚ ਲੋਕ ਲੱਗੇ ਹੋਏ ਹੋਣ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੰਨ ਲਓ ਇਹ ਗੱਲਾਂ ਇੱਕ ਬੰਦੇ ਉੱਤੇ ਢੁਕਦੀਆਂ ਹੋਣ, ਜਦੋਂ ਚੱਲਦਾ ਹੋਵੇ ਉਹਦੀ ਲੋਕ ਬੜੀ ਸਿਫਤ ਕਰਦੇ ਹੋਣ, ਜਦੋਂ ਜਾਂਦਾ ਹੋਵੇ ਉਦੋਂ ਵੀ ਲੋਕ ਨਾਲ ਤੁਰਦੇ ਹੋਣ, ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹਦੀ ਸਿਫਤ ਦੇ ਵਿੱਚ ਲੋਕ ਗੀਤ ਗਾਉਂਦੇ ਹੋਣ ਉਹਦੇ। ਪਰ ਬਾਬਾ ਫਰੀਦ ਸਾਹਿਬ ਨੇ ਕਹਿ ਦਿੱਤਾ ਐਸੇ ਬੰਦੇ ਨੂੰ ਇਹ ਨਹੀਂ ਪਤਾ ਜਦੋਂ ਮਰ ਕੇ ਜ਼ਮੀਨ ਦੇ ਵਿੱਚ ਦਫਨਾਇਆ ਜਾਣਾ ਹੈ ਉਦੋਂ ਤੂੰ ਵੀ ਉੱਥੇ ਹੀ ਦਫਨਾਇਆ ਜਾਣਾ ਜਿੱਥੇ ਆਮ ਇੱਕ ਗਰੀਬ ਪਿਆ, ਤੈਨੂੰ ਵੀ ਨਾਲ ਉੱਥੇ ਨੱਪ ਦੇਣਾ ਹੈ। ਬਾਬਾ ਫਰੀਦ ਸਾਹਿਬ ਜੀ ਦਾ ਬੜਾ ਪਾਵਨ ਪਵਿੱਤਰ ਸ਼ਲੋਕ ਹੈ, ਪਾਸ ਦਮਾਮੈ ਧੱਜ ਕਰੀ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਪਾਸ ਉਹਦੇ ਦਮਾਮੇ ਵੱਜਦੇ ਆ, ਨਗਾਰੇ ਵੱਜਦੇ ਆ। ਭੇਰੀ ਛੱਡੋ ਰੱਡ, ਕਹਿਣ ਲੱਗੇ ਭੇਰੀ ਤੋਂ ਭਾਵ ਹੈ ਤੂਤੀਆਂ ਵੱਜਣੀਆਂ। ਤੇ ਇੱਥੇ ਜਿਹੜਾ ਛੱਡ ਤੇ ਰੱਡੋ ਸ਼ਬਦ ਹੈ ਇਹ ਹੈ ਕਿ ਜਦੋਂ ਮਨੁੱਖ ਦੀ ਸਿਫਤ ਦੇ ਵਿੱਚ ਕੁਝ ਬੋਲਿਆ ਜਾਂਦਾ, ਕੁਝ ਗੀਤ ਬੋਲੇ ਜਾਂਦੇ, ਕੁਝ ਸ਼ਬਦ ਕਹੇ ਜਾਂਦੇ ਨੇ। ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਜਾਏ ਸੁੱਤੇ ਜੀਰਾਨ ਮੈਂ ਥੀਏ ਅਤੀਮਾ ਗੱਡ। ਅਤੀਮਾ ਦਾ ਅਰਥ ਹੈ ਜਤੀਮ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਤੀਮ ਦੀ ਤਰ੍ਹਾਂ ਤੈਨੂੰ ਉੱਥੇ ਲਿਜਾ ਕੇ ਗੜ ਦਿੱਤਾ ਜਾਣਾ। ਤੇ ਕੀ ਅੱਜ ਜਦੋਂ ਆਪਾਂ ਇਸ ਚੀਜ਼ ਨੂੰ ਢਕਾ ਕੇ ਦੇਖਦੇ ਹਾਂ ਤੇ ਅੱਜ ਐਸਾ ਹੋ ਨਹੀਂ ਰਿਹਾ। ਜੇ ਬੰਦੇ ਦੀ ਹਉਮੈ ਨੂੰ ਤੁਸੀਂ ਪੱਠੇ ਪਾਈ ਜਾਂਦੇ ਹੋ ਫਿਰ ਤਾਂ ਠੀਕ ਹੈ, ਪਰ ਜੇ ਤੁਸੀਂ ਸੱਚ ਦੀ ਆਵਾਜ਼ ਨੂੰ ਬੁਲੰਦ ਕਰੋਗੇ ਤੇ ਕਿਹੜਾ ਬੰਦਾ ਜਿਹੜਾ ਸੱਚ ਦੀ ਆਵਾਜ਼ ਨੂੰ ਸੁਣਨ ਵਾਸਤੇ ਤਿਆਰ ਹੋ ਜਾਏਗਾ। ਅੱਜ ਰਾਜਨੀਤਿਕ ਲੋਕਾਂ ਦਾ ਹਾਲ ਇਹੀ ਹੈ ਨਾ, ਜੇ ਤਾਂ ਉਹਨਾਂ ਦੀ ਹਉਮੈ ਨੂੰ ਪੱਠੇ ਪਾਈ ਜਾਂਦੇ ਨੇ ਜਿਹੜੇ ਲੀਡਰ, ਉਹ ਤਾਂ ਬੱਲੇ ਬੱਲੇ ਆ। ਤੇ ਜੇ ਕੋਈ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਾ ਹੈ ਤੇ ਉਹਨੂੰ ਹਰ ਤਰੀਕੇ ਦੇ ਨਾਲ ਭਾਵੇਂ ਜੇਲ੍ਹਾਂ ਵਿੱਚ ਡੱਕਿਆ ਜਾਏ, ਭਾਵੇਂ ਮਰਵਾਉਣ ਤੱਕ ਵੀ ਨੌਬਤ ਕਿਉਂ ਨਾ ਆ ਜਾਵੇ, ਹਰ ਹੀਲਾ ਬੰਦਾ ਵਰਤਦਾ ਹੈ। ਰਾਜਨੀਤਿਕ ਬੰਦਾ ਕਿਉਂ ਵਰਤਦਾ ਹੈ? ਕਿਉਂਕਿ ਉਹਦੀ ਹਉਮੈ ਨੂੰ ਜਦੋਂ ਪੱਠੇ ਪੈਂਦੇ ਰਹਿਣ ਤਾਂ ਠੀਕ ਆ। ਜਿਸ ਦਿਨ ਉਹਨੂੰ ਇਹ ਪਤਾ ਚੱਲ ਗਿਆ ਕਿ ਮੇਰੀ ਹਉਮੈ ਨੂੰ ਹੁਣ ਪੱਠੇ ਪਾਉਣ ਵਾਲਾ ਕੋਈ ਨਹੀਂ ਹੈ, ਭਾਵ ਕਿ ਉਹਦੀ ਸਿਫਤ ਕਰਨ ਵਾਲਾ ਕੋਈ ਨਹੀਂ ਹੈ, ਉਸ ਦਿਨ ਤੁਸੀਂ ਵੇਖ ਲਓ ਉਸੇ ਬੰਦੇ ਦੇ ਹਾਲਾਤ ਕਿਸ ਤਰ੍ਹਾਂ ਦੇ ਬਣ ਜਾਂਦੇ ਆ। ਸਾਡੇ ਸਾਹਮਣੇ ਸਾਰਾ ਕੁਝ ਸਮਾਜ ਵਿੱਚ ਸਾਨੂੰ ਨਜ਼ਰ ਆਉਂਦਾ ਪਿਆ। ਜੇ ਕੋਈ ਅੱਜ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੋਧ ਵਿੱਚ ਆਵਾਜ਼ ਨੂੰ ਉਠਾਵੇਗਾ ਤੇ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਕਿ ਜਿਹੜੇ ਲੀਡਰ ਦਾ ਅੱਜ ਨਾਂ ਲੋਕੀ ਲੈਂਦੇ ਨੇ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਅੰਦਰ ਜਿਨ੍ਹਾਂ ਲੋਕਾਂ ਨੇ ਸਮੈਕ ਲਿਆਂਦੀ, ਭੁੱਕੀ ਲਿਆਂਦੀ, ਨਸ਼ੇ ਲਿਆਂਦੇ ਨੇ, ਉਹਨਾਂ ਲੋਕਾਂ ਨੂੰ ਕਿਸੇ ਨੂੰ ਭੁੱਲ ਨਹੀਂ ਹੈ। ਪਰ ਤੁਸੀਂ ਦੇਖੋ ਕਿ ਕਿੰਨਾ ਕੁ ਉਹਨਾਂ ਲੋਕਾਂ ਦੇ ਬਾਰੇ ਜੇ ਕੋਈ ਆਵਾਜ਼ ਉਠਾਉਂਦਾ ਹੈ ਤੇ ਉਹ ਨੱਪੀ ਨਹੀਂ ਜਾਂਦੀ ਆਵਾਜ਼ ਉੱਥੇ ਹੀ। ਕਿਸੇ ਅੱਜ ਤੱਕ ਵੱਡੇ ਲੀਡਰ ਨੂੰ ਤੁਸੀਂ ਦੱਸੋ ਵੀ ਇੱਕ ਨੂੰ ਵੀ ਫੜਿਆ ਹੋਵੇ। ਹਾਂ, ਗਰੀਬ ਫੜ ਕੇ ਅੰਦਰ ਬਹੁਤ ਦਿੱਤੇ ਹੈ, ਉਹ ਗੱਲ ਅਲੱਗ ਹੈ। ਤੇ ਉਹ ਕਹਿ ਰਹੇ ਅਸੀਂ ਬੜੇ ਬੰਦੇ ਫੜ ਲਏ। ਮੈਂ ਤਾਂ ਹੈਰਾਨ ਹੋ ਗਿਆ। ਡਿਪਟੀ ਸੀਐਮ ਇੱਕ ਆਪਣੇ ਪੱਤਰਕਾਰਾਂ ਨਾਲ ਗੱਲਬਾਤ ਕਰਦਾ ਹੋਇਆ ਇਹ ਕਹਿੰਦਾ ਪੰਜਾਬ ਦੇ ਵਿੱਚ ਐਵੇਂ ਵਿਰੋਧੀ ਧਿਰ ਕਹੀ ਜਾਂਦੇ ਆ ਨਸ਼ਾ ਬੜਾ ਆ ਗਿਆ, ਨਸ਼ਾ ਬੜਾ ਆ ਗਿਆ, 70% ਲੋਕ ਨਸ਼ਈ ਹੋ ਗਏ ਆ। ਉਹ ਕਹਿੰਦਾ 1% ਵੀ ਨਸ਼ਾ ਨਹੀਂ ਹੈ ਪੰਜਾਬ। ਜਦੋਂ ਹੁਣ ਦੱਸੋ ਵੀ ਐਸੇ ਬੰਦੇ ਦੇ ਸਾਹਮਣੇ ਕਿਹੜਾ ਜਾ ਕੇ ਬੋਲੇ, ਹੁਣ ਕਿਹੜਾ ਉਹਨੂੰ ਕਵੇ ਵੀ ਤੂੰ ਕਹਿੰਦਾ 1% ਵੀ। ਉਹ ਕਹਿੰਦਾ ਪੱਤਰਕਾਰਾਂ ਨੂੰ ਕਹਿ ਰਿਹਾ 1% ਵੀ ਪੰਜਾਬ ਦੇ ਵਿੱਚ ਨਸ਼ਾ ਨਹੀਂ। ਸਿਰਫ ਕਹਿੰਦਾ ਵਿਰੋਧੀ ਬਦਨਾਮ ਕਰਨ ਤੇ ਲੱਗੇ ਹੋਏ ਨੇ। ਹੁਣ ਘਰ ਘਰ ਤਾਂ ਸਮੈਕ ਪਹੁੰਚ ਗਈ ਹੈ। ਤੁਸੀਂ ਹੈਰਾਨ ਹੋਵੋਗੇ, ਗੁਰਦਾਸਪੁਰ ਦੀ ਇੱਕ ਤੁਸੀਂ ਵੀ ਖਬਰ ਦੇਖੀ ਹੋਏਗੀ ਨੈੱਟ ਦੇ ਉੱਤੇ, ਸੋਸ਼ਲ ਮੀਡੀਆ ਵਿੱਚ। 12 ਸਾਲ ਦਾ ਬੱਚਾ ਇੱਕ ਪਕੜਿਆ ਗੁਰਦਾਸਪੁਰ ਏਰੀਏ ਦਾ। ਉਹਨੇ ਦੱਸਿਆ ਕਿ 24 ਮੇਰੇ ਨਾਲ ਦੇ ਹੋਰ ਨੇ। 12 ਸਾਲ ਦਾ ਬੱਚਾ ਕਿੱਡਾ ਹੁੰਦਾ? ਉਹਨੇ ਕਿਹਾ 24 ਬੱਚੇ ਮੇਰੀ ਉਮਰ ਦੇ ਮੇਰੇ ਨਾਲ ਹੋਰ ਨੇ। ਉਹਨਾਂ ਪੁੱਛਿਆ ਤੈਨੂੰ ਲਾਈ ਕਿਵੇਂ? ਉਹਨੇ ਨਾਮ ਹੀ ਲਏ ਕੁਝ ਬੰਦਿਆਂ ਦੇ ਵੀ ਉਹਨਾਂ ਨੇ ਲਾਈ, ਪਹਿਲਾਂ ਸਾਨੂੰ ਫਰੀ ਦਿੱਤੀ, ਫਿਰ ਸਾਨੂੰ ਵੇਚਣ ਲਾ ਦਿੱਤਾ, ਉਸ ਤੋਂ ਬਾਅਦ ਉਹ ਕਹਿੰਦੇ ਖੁਦ ਅਸੀਂ ਲੱਗ ਗਏ। ਪਰ ਉਹਨੂੰ ਡਾਕਟਰਾਂ ਨੇ ਛਡਾ ਰਹੇ ਸਨ ਕਿ ਹੁਣ ਉਹ ਕਹਿੰਦਾ ਮੈਂ ਇਸ ਨੂੰ ਛੱਡਦਾ ਜਾ ਰਿਹਾ। ਹੁਣ 12 ਸਾਲ ਦਾ ਬੱਚਾ ਦੱਸੋ ਦੇ ਕੋਲੇ ਸਮੈਕ ਕਿਵੇਂ ਪਹੁੰਚ ਗਈ, ਕਿੰਨੇ ਪਹੁੰਚਾਈ?
ਆਪਾਂ ਠੀਕ ਹੈ ਕਹਿ ਸਕਦੇ ਆ ਵੀ ਕਿਹੜਾ ਉਹਨਾਂ ਦੇ ਘਰੇ ਕੋਈ ਲੀਡਰ ਦੇਣ ਗਿਆ, ਪਰ ਪਤਾ ਤੇ ਉਹਨਾਂ ਨੂੰ ਇਹ ਵਿਕਦੀ ਤੇ ਉਹਨਾਂ ਦੀ ਹੈ, ਕਿਸ ਢੰਗ ਨਾਲ ਪਹੁੰਚਾ ਰਹੇ ਨੇ। ਪਰ ਕੋਈ ਵੀ ਇਸ ਆਵਾਜ਼ ਨੂੰ ਜੇ ਬੁਲੰਦ ਕਰੇਗਾ ਤੇ ਗੁਰਮੁਖੋ ਉਹਦੀ ਆਵਾਜ਼ ਨੂੰ ਦਬਾਇਆ ਜਾਏਗਾ, ਉਹਦੀ ਆਵਾਜ਼ ਨੂੰ ਨੱਪਿਆ ਜਾਏਗਾ। ਪਰ ਸਾਹਿਬ ਜੀ ਕਹਿੰਦੇ ਕਿੰਨਾ ਕੁ ਚਿਰ ਤੂੰ ਮਨਮਾਨੀਆਂ ਕਰ ਲਵੇਂਗਾ, ਕਿੰਨਾ ਕੁ ਚਿਰ ਇਹੋ ਜਿਹੀਆਂ ਆਪਦੀਆਂ ਮਰਜ਼ੀਆਂ ਕਰ ਲਵੇਂਗਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਇਹ 4 ਦਿਨ ਦੀ ਜ਼ਿੰਦਗੀ ਹੈ ਤੇ 4 ਦਿਨ ਤੇਰੇ ਅੱਗੇ ਹੋ ਸਕਦਾ ਹੈ ਸਿਫਤਾਂ ਕਰਨ ਵਾਲੇ ਤੇਰੀਆਂ ਤੂਤੀਆਂ ਵੱਜਦੀਆਂ ਹੋਣਗੀਆਂ, ਪਰ ਯਾਦ ਰੱਖੀ ਇੱਕ ਦਿਨ ਤੂੰ ਵੀ ਯਤੀਮਾਂ ਵਾਂਗੂ ਦਫਨਾਇਆ ਜਾਣਾ, ਤੇਰਾ ਵੀ ਨਾਂ ਕਿਸੇ ਨੇ ਨਹੀਂ ਲੈਣਾ। ਸਤਿਗੁਰੂ ਦੀ ਬਾਣੀ ਵਿੱਚੋਂ ਆਓ ਹੋਰ ਸ਼ਬਦ ਲੈ ਲਈਏ। ਮੇਰੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਭਗਤ ਕਬੀਰ ਸਾਹਿਬ ਜੀ, ਕਬੀਰ ਗਰਬ ਨਾ ਕੀਜੀਏ ਦੇਹੀ ਦੇਖ ਸੁਰੰਗ। ਕਹਿੰਦੇ ਆਪਣੀ ਦੇਹੀ ਦਾ ਵੀ ਹੰਕਾਰ ਨਹੀਂ ਕਰਨਾ ਚਾਹੀਦਾ, ਆਪਣੀ ਜਵਾਨੀ ਦਾ ਵੀ ਮਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਆਜ ਕਾਲ ਤਰ ਜਾਓਗੇ ਜਿਉਂ ਕਾਂਚਰੀ ਭੁਯੰਗ। ਕਹਿਣ ਲੱਗੇ ਇੱਕ ਦਿਨ ਇਸ ਦੇਹੀ ਨੇ ਬਿਣਸ ਜਾਣਾ, ਜਿਵੇਂ ਸੱਪ ਨੇ ਕੁੰਝ ਲਾ ਦੇਣੀ ਹੈ, ਇਸ ਤਰ੍ਹਾਂ ਤੇਰੀ ਦੇਹੀ ਵੀ ਬਿਣਸ ਜਾਣੀ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਤੇ ਨਾਲ ਇਤਿਹਾਸਕ ਪੱਖ ਜ਼ਰੂਰ ਦਾਸ ਨੇ ਲੈਣਾ ਹੁੰਦਾ ਹੈ, ਤਾਂ ਕਿ ਹੰਕਾਰੀਆਂ ਦੀ ਬਿਰਤੀ ਦਾ ਪਤਾ ਚੱਲ ਜਾਏ ਤੇ ਉਹਨਾਂ ਹੰਕਾਰੀਆਂ ਦਾ ਫਿਰ ਹਾਲ ਕੀ ਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹਵਾਲਾ ਮਿਲ ਜਾਂਦਾ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਗੁਰਤਾ ਗੱਦੀ ਤੇ ਬੈਠੇ ਨੇ, ਉਹਨਾਂ ਦੇ ਭਰਾ ਪ੍ਰਿਥੀ ਚੰਦ ਨੇ ਬਹੁਤ ਵਿਰੋਧ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਇੱਥੋਂ ਤੱਕ ਵਿਰੋਧ ਚੱਲਦਿਆਂ ਚੱਲਦਿਆਂ ਗੱਲ ਇੱਥੋਂ ਤੱਕ ਚਲੀ ਗਈ ਕਿ ਪ੍ਰਿਥੀ ਚੰਦ ਕਹਿੰਦਾ ਹਰ ਤਰੀਕਾ ਮੈਂ ਅਪਣਾ ਕੇ ਇਸ ਗੱਦੀ ਨੂੰ ਹਾਸਲ ਕਰਨਾ ਹੈ। ਉਹਨੇ ਬਾਦਸ਼ਾਹ ਤੱਕ ਵੀ ਪਹੁੰਚ ਕੀਤੀ, ਉਹਨੇ ਬਾਦਸ਼ਾਹ ਤੱਕ ਜਿਹੜਾ ਜਰਨੈਲ ਸੀ ਉਹਦੇ ਤੱਕ ਪਹੁੰਚ ਕੀਤੀ, ਜਿਹਦਾ ਨਾਂ ਹੈ ਸੁਲੀ ਖਾਂ। ਇਹਦਾ ਸ਼ਬਦ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਚੋਂ ਹਵਾਲਾ ਮਿਲਦਾ ਹੈ। ਬਾਬਾ ਪ੍ਰਿਥੀ ਚੰਦ ਨੇ ਸੁਲੀ ਖਾਂ ਨੂੰ ਇੱਕ ਗੱਲ ਕਹੀ, ਕਹਿਣ ਲੱਗਾ ਜੇ ਤੂੰ ਮੇਰੀ ਮਦਦ ਕਰੇ, ਜੇ ਮੇਰੇ ਭਰਾ ਨੂੰ ਕਿਸੇ ਵੀ ਤਰੀਕੇ ਦੇ ਨਾਲ ਤੂੰ ਖਤਮ ਕਰਕੇ ਗੱਦੀ ਮੈਨੂੰ ਹਾਸਲ ਕਰਵਾ ਦੇਵੇਂ, ਮੈਨੂੰ ਗੱਦੀ ਤੇ ਬਿਠਾ ਦੇਵੇਂ, ਮੈਂ ਹਰ ਤਰੀਕੇ ਨਾਲ ਤੇਰੀ ਮਦਦ ਕਰਾਂਗਾ। ਅਸਲ ਵਿੱਚ ਰਾਜਨੀਤਿਕ ਲੋਕਾਂ ਦੇ ਸਮਝੌਤੇ ਹੁੰਦੇ ਹੀ ਇਸ ਗੱਲ ਉੱਤੇ ਹੈ। ਧਾਰਮਿਕ ਲੋਕਾਂ ਦੇ ਨਾਲ ਸਾਰਿਆਂ ਦੀ ਗੱਲ ਨਹੀਂ ਮੈਂ ਕਰ ਰਿਹਾ, ਪਰ ਬਹੁ ਗਿਣਤੀ ਜੋ ਚੱਲਦੀ ਹੈ ਉਹ ਸਮਝੌਤਾ ਕਰਦੇ ਨੇ। ਅੱਜ ਨਹੀਂ ਸਮਝੌਤੇ ਹੁੰਦੇ, ਅੱਜ ਵੀ ਤਾਂ ਇਹੀ ਗੱਲ ਹੁੰਦੀ ਹੈ ਨਾ, ਕੋਈ ਝੂਠੇ ਸੌਦੇ ਵਾਲੇ ਨਾਲ ਸਮਝੌਤਾ ਕਰਦਾ ਹੈ ਕਿ ਜੇ ਤੂੰ ਸਾਨੂੰ ਵੋਟਾਂ ਪਾ ਕੇ ਸਾਡੀ ਮਦਦ ਕਰੇ ਤੇ ਫਿਰ ਅਸੀਂ ਤੇਰੀ ਪੂਰੀ ਮਦਦ ਕਰਾਂਗੇ, ਤੇਰੇ ਸਾਰੇ ਕੇਸ ਭਾਵੇਂ ਕਤਲ ਦੇ ਹੋਣ, ਭਾਵੇਂ ਬਲਾਤਕਾਰ ਦੇ ਹੋਣ ਤੇ ਭਾਵੇਂ ਕੋਈ ਹੋਣ, ਅਸੀਂ ਹਰ ਤਰੀਕਾ ਵਰਤਾਂਗੇ ਕਿ ਤੈਨੂੰ ਜੇਲ੍ਹ ਦੇ ਵਿੱਚ ਨਹੀਂ ਜਾਣਾ ਪਏਗਾ। ਤੇ ਇਹ ਸਮਝੌਤੇ ਹੁੰਦੇ ਨੇ। ਕੋਈ ਨੂਰ ਮੇਲੀਏ ਨਾਲ ਸਮਝੌਤਾ ਕਰਦਾ ਹੈ, ਕੋਈ ਰਾਧਾ ਸੁਆਮੀਆਂ ਨਾਲ ਸਮਝੌਤਾ ਕਰਦਾ, ਕੋਈ ਨਰਕਧਾਰੀਆਂ ਨਾਲ ਸਮਝੌਤਾ ਕਰਦਾ ਹੈ। ਅੱਜ ਵੀ ਰਾਜਨੀਤਿਕ ਲੋਕ ਸਮਝੌਤੇ ਕਰਦੇ ਨੇ ਤੇ ਕੋਈ ਡੇਰੇਦਾਰ ਬਾਬਿਆਂ ਨਾਲ ਸਮਝੌਤਾ ਕਰਦਾ ਵੀ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਦਿਆਂਗੇ, ਖਤਮ ਕਰ ਦਿਆਂਗੇ ਜੇ ਤੁਸੀਂ ਸਾਡੀ ਸਪੋਰਟ ਕਰੋਗੇ। ਤੇ ਐਸਾ ਸਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ ਹੈ। ਜਦੋਂ ਸਮਝੌਤੇ ਹੁੰਦੇ ਆ, ਇਹ ਸਮਝੌਤੇ ਉੱਥੇ ਬੈਠ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹੀ ਹੁੰਦੇ ਆ। ਜਦੋਂ ਇਹਨਾਂ ਲੋਕਾਂ ਨੇ ਇੱਕ ਸਾਡੀ ਦੁਸ਼ਮਣ ਜਮਾਤ ਜਿਹੜੀ ਹੈ ਉਹਦੇ ਨਾਲ ਜਦੋਂ ਇਹ ਸੰਧੀ ਪਾ ਲਈ, ਭਾਈਵਾਲ ਬਣ ਗਈ, ਇਹ ਜਿਹੜੀ ਅਕਾਲੀ ਸਰਕਾਰ ਹੈ, ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ, ਕਿਉਂਕਿ ਅਕਾਲੀ ਦਾ ਭਾਵ ਇਹ ਨਹੀਂ ਹੈ ਕਿ ਅਸੀਂ ਕਿਸੇ ਪਾਰਟੀ ਨੂੰ ਕਹਿ ਰਹੇ ਹਾਂ। ਅਕਾਲ ਨੂੰ ਮੰਨਣ ਵਾਲੇ ਦਾ ਅਸਲ ਵਿੱਚ ਅਰਥ ਅਕਾਲੀ ਸੀ, ਪਰ ਉਹ ਰਹਿ ਨਹੀਂ। ਸਾਡੇ ਬਜ਼ੁਰਗਾਂ ਨੇ ਬੜੀਆਂ ਮੱਲਾਂ ਮਾਰ ਕੇ, ਖਿਮਾ ਕਰਨਾ, ਬੜੀਆਂ ਕੁਰਬਾਨੀਆਂ ਤੋਂ ਬਾਅਦ ਇਹ ਪਾਰਟੀ ਹੋਂਦ ਵਿੱਚ ਲਿਆਂਦੀ। ਖੈਰ ਉਹ ਮੈਂ ਜ਼ਿਆਦਾ ਉਸ ਪੱਖ ਨਹੀਂ ਜਾਣਾ, ਪਰ ਸਿਰਫ ਬੇਨਤੀ ਹੈ ਕਿ ਜਦੋਂ ਸਮਝੌਤਾ ਆਇਆ, ਉਹਨਾਂ ਨੇ ਕਿਹਾ ਤੂੰ ਸਾਡਾ RSS ਦਾ ਏਜੰਡਾ ਲਾਗੂ ਕਰ ਦੇਵੀਂ ਤੇ ਅਸੀਂ ਤੇਰੀ ਸਪੋਰਟ ਕਰਾਂਗੇ। ਹੋ ਨਹੀਂ ਰਿਹਾ, ਸਾਡੇ ਸਾਹਮਣੇ ਹੀ ਹੈ ਨਾ। ਅਕਾਲ ਤਖਤ ਸਾਹਿਬ ਦੀ ਜਿਹੜੀ ਮਾਨ ਮਰਜ਼ਾਦਾ ਹੈ ਇਹ ਕਿੰਨਾ ਲੋਕਾਂ ਨੇ ਖਤਮ ਕਰਵਾਈ। ਪਿੱਛੇ ਤਾਕਤ ਕੋਈ ਹੋਰ ਹੈ ਕੰਮ ਕਰਦੀ, ਸਾਨੂੰ ਨਹੀਂ ਸਮਝ ਲੱਗ ਰਹੀ। ਵੇਖੋ ਅਕਾਲ ਤਖਤ ਸਾਹਿਬ ਦੇ ਲੋਕਾਂ ਦੇ ਮਨਾਂ ਵਿੱਚੋਂ ਮਾਨ ਸਨਮਾਨ ਖਤਮ ਕਰਨਾ ਇਹ ਇੱਕ ਦਿਨ 'ਚ ਥੋੜ੍ਹਾ ਹੋ ਗਿਆ ਵੀ ਅੱਜ ਰਾਤ ਗੱਲ ਹੋਈ ਤੇ ਦਿਨੇ ਐਸਾ ਹੋ ਗਿਆ। ਇਹ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਸਾਰਾ ਕੁਝ ਚੱਲ ਰਿਹਾ ਹੈ ਤੇ ਲੋਕਾਂ ਦੇ ਮਨਾਂ ਦੇ ਵਿੱਚੋਂ ਅਕਾਲ ਤਖਤ ਸਾਹਿਬ ਦਾ ਜਿਹੜਾ ਅਦਬ ਸਤਿਕਾਰ ਭੈ ਹੈ ਕਿ ਅੱਜ ਖਤਮ ਨਹੀਂ ਕਰਦਾ। ਅੱਜ ਕੋਈ ਫੈਸਲਾ ਹੁੰਦਾ ਹੈ ਆਪਾਂ ਮੰਨਣ ਨੂੰ ਤਿਆਰ ਕਿ ਤੇ ਆਪਾਂ ਨੂੰ ਸਮਝ ਨਹੀਂ ਲੱਗ ਜਾਂਦੀ ਵੀ ਫੈਸਲਾ ਦੇਣ ਵਾਲਾ ਕਰਨ ਵਾਲਾ ਉੱਥੇ ਕਿਹਦੇ ਇਸ਼ਾਰਿਆਂ ਤੇ ਕਰਦਾ ਹੈ। ਇਹ ਸਮਝੌਤੇ ਕੀਤੇ ਜਾਂਦੇ ਨੇ। ਸੁਲੀ ਖਾਂ ਦੇ ਨਾਲ ਬਾਬਾ ਪ੍ਰਿਥੀ ਚੰਦ ਦਾ ਸਮਝੌਤਾ ਇਹ ਹੋਇਆ ਕਿ ਜੇ ਤੂੰ ਮੈਨੂੰ ਗੱਦੀ ਦਵਾ ਦੇਵੇਂ ਤੇ ਮੈਂ ਹਰ ਤਰ੍ਹਾਂ ਦੀ ਤੇਰੀ ਮਦਦ ਕਰਾਂਗਾ। ਤੇ ਉਸ ਨੇ ਸੋਚਿਆ ਬੜੀ ਵਧੀਆ ਗੱਲ ਹੈ, ਜੇ ਘਰ ਦੇ ਵਿੱਚ ਹੀ ਪਾਂਡਕ ਪੈ ਜਾਏ, ਫੁੱਟ ਪੈ ਜਾਏ, ਉਹਦੇ ਵਿੱਚ ਸਾਨੂੰ ਇਹਦੇ 'ਚ ਸਫਲਤਾ ਮਿਲ ਸਕਦੀ। ਉਹਨੇ ਕਿਹਾ ਮੈਂ ਕੀ ਕਰ ਸਕਦਾ? ਉਹਨੇ ਕਿਹਾ ਕੋਈ ਤਰੀਕਾ ਤੂੰ ਲੱਭ ਕੇ ਮੇਰੇ ਭਰਾ ਨੂੰ ਖਤਮ ਕਰਨ ਦਾ। ਸੁਲੀ ਖਾਂ ਨੇ ਕਿਹਾ ਠੀਕ ਹੈ, ਮੈਂ ਚੜ੍ਹ ਕੇ ਆਵਾਂਗਾ ਤੇਰੇ ਭਰਾ ਨੂੰ ਮਾਰਨ ਵਾਸਤੇ। ਸੁਲੀ ਖਾਂ ਨੇ ਚੜ੍ਹਾਈ ਕੀਤੀ ਤੇ ਜਿਸ ਵੇਲੇ ਹੇਰ ਪਿੰਡ ਆਇਆ ਹੈ ਤੇ ਬਾਬਾ ਪ੍ਰਿਥੀ ਚੰਦ ਨੇ ਉਹਨੂੰ ਕਿਹਾ, ਕਹਿਣ ਲੱਗਾ
ਤੁਸੀਂ ਮੇਰੇ ਭਰਾ ਨੂੰ ਮਾਰਨ ਵਾਸਤੇ ਚੱਲੇ ਹੋ, ਤੇ आओ ਜਾਂਦੇ ਜਾਂਦੇ ਪਹਿਲਾਂ ਮੈਂ ਤੁਹਾਨੂੰ ਆਪਣਾ ਕਾਰੋਬਾਰ ਵੀ ਵਿਖਾ ਦੇਵਾਂ ਵੀ ਮੇਰਾ ਕਾਰੋਬਾਰ ਕਿੱਡਾ ਕੁ ਹੈ, ਮੇਰਾ ਕੰਮ ਕਾਜ ਕਿੱਡਾ ਕੁ ਹੈ। ਆ ਮੈਂ ਇੱਟਾਂ ਦੇ ਭੱਠੇ ਲਾਏ ਹੋਏ ਨੇ, ਇਹ ਵਿਖਾਉਣ ਵਾਸਤੇ ਪ੍ਰਿਥੀ ਚੰਦ ਸੁਲੀ ਖਾਂ ਨੂੰ ਲੈ ਗਿਆ। ਤੇ ਜਿਸ ਵੇਲੇ ਭੱਠੇ ਦੇ ਕੋਲ ਸੁਲੀ ਖਾਂ ਗਿਆ, ਉਸ ਵੇਲੇ ਉਹ ਧਰਤੀ ਉਨੀ ਕੁ ਜ਼ਮੀਨ ਗਰਮ ਸੀ, ਘੋੜਾ ਜਿਹੜਾ ਸੀ ਉਹਦੇ ਪੈਰਾਂ ਨੂੰ ਸੇਕ ਲੱਗਿਆ ਤੇ ਇੱਕਦਮ ਘੋੜਾ ਉਸ ਬਲਦੇ ਹੋਏ ਭੱਠ ਵਿੱਚ ਡਿੱਗ ਪਿਆ। ਜਿਹੜਾ ਆਵਾ ਸੀ, ਇੱਟਾਂ ਜਿੱਥੇ ਪਕਾਈਆਂ ਜਾਂਦੀਆਂ ਨੇ, ਉਸ ਆਵੇ ਵਿੱਚੋਂ ਡਿੱਗਿਆ, ਸਮੇਤ ਘੋੜੇ ਤੇ ਸਮੇਤ ਸੁਲੀ ਖਾਨ ਉਹਦੀ ਮੌਤ ਹੋ ਗਈ, ਮਰ ਗਿਆ। ਇੱਧਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਹੁਣ ਵੇਖੋ ਹੰਕਾਰੀ ਦਾ ਹਸ਼ਰ ਕੀ ਹੁੰਦਾ ਹੈ। ਹੰਕਾਰ ਦੇ ਵਿੱਚ ਉਹ ਫੁੱਲਿਆ ਹੋਇਆ ਆ ਰਿਹਾ ਸੀ। ਇਹ ਜਿਹੜਾ ਸ਼ਬਦ ਹੈ ਨਾ ਕਿ 100 ਮਨ ਹਸਤੀ ਘਿਓ ਗੁੜ ਖਾਵੇ, ਇਹ ਹਾਥੀ ਦੀ ਗੱਲ ਨਹੀਂ, ਬੰਦੇ ਦੀ ਗੱਲ ਹੋ ਰਹੀ ਹੈ ਕਿ ਬੰਦਾ ਜਿਹੜਾ ਉਸ ਵੇਲੇ ਉਹਨੂੰ ਕੁਝ ਨਹੀਂ ਸੁੱਝਦੀ, ਜਦੋਂ ਉਹਦੇ ਅੰਦਰ ਹੰਕਾਰ ਦੇ ਘੋੜੇ ਤੇ ਉਹ ਸਵਾਰ ਹੁੰਦਾ ਹੈ ਨਾ, ਉਹਨੂੰ ਨਹੀਂ ਸਮਝ ਲੱਗਦੀ ਵੀ ਮੈਂ ਜਿਹਦੇ ਉੱਤੇ ਹਮਲਾ ਕਰਨ ਵਾਸਤੇ ਚੱਲਿਆ ਉਹ ਤੇ ਰੱਬ ਦਾ ਰੂਪ ਹੈ, ਪਰਮੇਸ਼ਰ ਦਾ ਰੂਪ ਹੈ, ਭਈ ਉਹਨੇ ਕੀ ਮੇਰਾ ਵਿਗਾੜਿਆ ਹੈ। ਉਹਨੂੰ ਉਸ ਵੇਲੇ ਕੁਝ ਨਹੀਂ ਸੋਚਦਾ ਕਿ ਕੋਈ ਅੰਨਾ ਹੋਇਆ ਹੁੰਦਾ ਉਦੋਂ ਹੰਕਾਰ ਦੇ ਵਿੱਚ। ਗੁਰੂ ਅਰਜਨ ਦੇਵ ਮਹਾਰਾਜ ਨੂੰ ਸਿੱਖਾਂ ਨੇ ਕਿਹਾ, ਮਹਾਰਾਜ ਸਾਡੇ ਤੱਕ ਖਬਰ ਇਹ ਪਹੁੰਚੀ ਹੈ ਕਿ ਤੁਹਾਡਾ ਹੀ ਭਰਾ ਪ੍ਰਿਥੀ ਚੰਦ ਸੁਲੀ ਖਾਂ ਨੂੰ ਲੈ ਕੇ ਆ ਰਿਹਾ ਹੈ ਤੁਹਾਨੂੰ ਖਤਮ ਕਰਨ ਵਾਸਤੇ, ਤੇ ਮਹਾਰਾਜ ਸਾਨੂੰ ਯਤਨ ਨਹੀਂ ਕਰਨਾ ਚਾਹੀਦਾ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਸ਼ਬਦ ਹੈ ਗੁਰੂ ਗ੍ਰੰਥ ਸਾਹਿਬ 'ਚ, ਕਹਿਣ ਲੱਗੇ ਉੱਥੇ ਵਿਚਾਰ ਕੀ ਹੋਈ? ਇਹ ਵਿਚਾਰ ਹੋਈ ਵੀ 2 ਬੰਦੇ ਭੇਜ ਦਈਏ ਸੁਲੀ ਖਾਂ ਨਾਲ ਗੱਲ ਕਰਨ ਵਾਸਤੇ, ਚਿੱਠੀ ਪੱਤਰਕਾ ਭੇਜ ਦਈਏ ਸੁਲੀ ਖਾਂ ਨੂੰ ਦੱਸਣ ਵਾਸਤੇ ਵੀ ਸਾਡੇ ਤੇ ਹਮਲਾ ਕਰਨ ਵਾਸਤੇ ਕਿਉਂ ਆ ਰਿਹਾ। ਤੀਜੀ ਗੱਲ ਹੋਈ ਵੀ ਜਾਂ ਆਪਾਂ ਉਪਾਅ ਕਰੀਏ, ਅੱਗੋਂ ਆਪਾਂ ਵੀ ਹਥਿਆਰਾਂ ਦਾ ਪ੍ਰਬੰਧ ਕਰੀਏ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਨਾ ਮੈਂ ਬੰਦੇ ਭੇਜਣੇ ਆ, ਨਾ ਮੈਂ ਚਿੱਠੀ ਭੇਜਣੀ ਹੈ, ਨਾ ਮੈਂ ਅੱਗੋਂ ਕੋਈ ਪ੍ਰਬੰਧ ਕਰਨਾ ਹੈ। ਮੈਨੂੰ ਆਪਣੇ ਮਾਲਕ ਤੇ ਭਰੋਸਾ ਹੈ ਕਿ ਜਿਹੜਾ ਉਹ ਹੰਕਾਰੀ ਸੁਲੀ ਖਾਂ ਸਾਡੇ ਤੇ ਚੜ੍ਹ ਕੇ ਆ ਰਿਹਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਤੁਸੀਂ ਮਾਲਕ ਨੂੰ ਧਿਆਓ, ਪਰਮੇਸ਼ਰ ਨੇ ਆਪੇ ਹੀ ਇਸ ਹੰਕਾਰੀ ਨੂੰ ਖਤਮ ਕਰ ਦੇਣਾ ਹੈ। ਤੇ ਜਿਸ ਵੇਲੇ ਖਬਰ ਪਹੁੰਚੀ ਕਿ ਸੁਲੀ ਖਾਂ ਮਾਰਿਆ ਗਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰੱਬ ਦਾ ਸ਼ੁਕਰ ਕੀਤਾ, ਪਰਮੇਸ਼ਰ ਦਾ ਧੰਨਵਾਦ ਕੀਤਾ। ਉੱਥੇ ਮਾਲਕ ਨੂੰ ਕਿਹਾ ਹੈ, ਸਾਹਿਬ ਜੀ ਕਹਿੰਦੇ ਨੇ, ਸੁਲੀ ਤੇ ਨਾਰਾਇਣ ਰਾਖ, ਨਾਰਾਇਣ ਤੋਂ ਭਾਵ ਪਰਮਾਤਮਾ, ਸੁਲੀ ਤੇ ਨਾਰਾਇਣ ਰਾਖ, ਸੁਲੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੁਆ ਨਾਪਾਕ। ਸਾਹਿਬ ਜੀ ਕਹਿੰਦੇ ਨੇ ਅਪਵਿੱਤਰ ਹੋ ਕੇ ਮਰ ਗਿਆ, ਕਿਉਂਕਿ ਉਹ ਕਹਿੰਦੇ ਅੱਗ ਵਿੱਚ ਸੜਨ ਨਾਲ ਬੰਦਾ ਅਪਵਿੱਤਰ ਤੇ ਨਾਪਾਕ ਹੋ ਕੇ ਮਰਦਾ। ਸਾਹਿਬ ਕਹਿੰਦੇ ਅੱਗ ਦੇ ਵਿੱਚ ਉਹ ਸੜ ਕੇ ਮਰ ਗਿਆ ਸੁਲੀ ਖਾਂ। ਹੁਣ ਇੱਕ ਹੰਕਾਰੀ ਮਨੁੱਖ ਦੀ ਗੱਲ ਸੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਇਸ ਤਰ੍ਹਾਂ ਦਾ ਹੰਕਾਰੀ ਮਨੁੱਖ, ਉਹਨੂੰ ਕੋਈ ਉਦੋਂ ਸਮਝ ਨਹੀਂ ਲੱਗਦੀ, ਉਹ ਖਾਂਦਾ ਪੀਂਦਾ ਪਦਾਰਥਾਂ ਨੂੰ ਮਾਣਦਾ ਹੈ। ਤੇ ਸਾਹਿਬ ਜੀ ਕਹਿੰਦੇ ਮਾਣਦਾ ਹੋਇਆ ਫਿਰ ਡੱਕਾ ਫੂਕੈ, ਸਾਹਿਬ ਜੀ ਕਹਿੰਦੇ ਫਿਰ ਡਕਾਰ ਲੈਂਦਾ ਹੈ, ਫਿਰ ਆਪਣੀ ਹਉਮੈ ਫੂੰ ਫੂੰ ਕਰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਹੋਰ ਵੀ ਹੰਕਾਰੀਆਂ ਦੇ ਬਾਰੇ ਬੜੇ ਪ੍ਰਵਾਨ ਨੇ। ਸਾਹਿਬ ਜੀ ਕਹਿੰਦੇ ਨੇ, ਜਬ ਜਰੀਐ ਤਬ ਹੋਏ ਭਸਮ ਤਨ, ਜਰੀਏ ਤੋਂ ਭਾਵ ਹੈ ਜਰ, ਸੜ ਜਾਣਾ। ਸਾਹਿਬ ਕਹਿੰਦੇ ਜਿਸ ਦਿਨ ਤਨ ਨੇ ਸੜ ਜਾਣਾ ਹੈ, ਸਵਾਹ ਬਣ ਜਾਣਾ ਹੈ, ਜਬ ਜਰੀਏ ਤਬ ਹੋਏ ਭਸਮ ਤਨ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਰਹਿ ਕਿਰਮ ਦਲ ਖਾਈ, ਇਸ ਬੰਦੇ ਦੇ ਫਿਰ ਸਰੀਰ ਨੂੰ ਕਿਰਮਾਂ ਨੇ ਭਾਵ ਕੇ ਜੀਵ ਜੰਤੂਆਂ ਨੇ ਖਾ ਲੈਣਾ। ਸਤਿਗੁਰੂ ਦੀ ਬਾਣੀ ਵਿੱਚ ਹੋਰ ਵੀ ਹੰਕਾਰੀਆਂ ਦੇ ਪ੍ਰਤੀ ਸ਼ਬਦ ਨੇ। ਸਹਿਬ ਭਗਤ ਨਾਮਦੇਵ ਜੀ ਕਹਿੰਦੇ ਨੇ, ਕਹਿੰਦੇ ਮੇਰੀ ਮੇਰੀ ਕੈਰੋਂ ਕਰਤੇ ਦਰਜੋਦਨ ਸੇ ਭਾਈ 12 ਜੋਜਨ। 12 ਜੋਜਨ ਕੀ ਹੁੰਦਾ ਹੈ? 48 ਕੋ, 48 ਕੋ ਬਣ ਗਿਆ, ਭਾਵ ਕਿ ਜਿਹੜਾ 48 ਕੋ, ਇੰਨੇ ਏਰੀਏ ਦੇ ਵਿੱਚ ਉਹਨਾਂ ਦੀ ਫੌਜ ਸੀ। 48 ਕੋਹ ਵਿੱਚ ਉਹਨਾਂ ਦੀ ਫੌਜ ਸੀ ਕੈਰਵਾਂ ਦੀ। ਮੇਰੀ ਮੇਰੀ ਕੈਰੋਂ ਕਰਤੇ ਦਰਜੋਦਨ ਸੇ ਭਾਈ 12 ਜੋਜਨ ਸ਼ਤਰ ਚਲੇ ਥਾ, ਦੇही गिरजन खाई, सर्व सोइन की लंका होती रावण से अधकाई, कहाँ भयो दर बांधे हाथी, खिरमै भई पाई। कित्थे गए जिहड़े हाथी बने हुए सन, कित्थे गए जिहड़े घोड़े बने हुए सन। एक छिन दे विच सारा कुछ सड़ के सवाह हो गया, खत्म हो गया। सतगुरु गरीब नवाज पातशाह महाराज जी की पावन पवित्र बाणी विच मेरे साहब जी कहते, हंकार किहड़ी गल दा जीव करदा है, मान किहड़ी गल दा जीव करदा है। बाणी तो इत्थों तक भी कहा गया, जीव ये शरीर दा तू की मान ते हंकार करेगा, कदी शरीर वाले झात मार के देख कि शरीर तेरा है की चीज़ है, इहदा फिर मान तू की कर सकता है। साहब जी दे बचन ने पावन पवित्र बाणी विच सतगुरु महाराज जी कहते हैं, जल की पीत पवन का थंबा, रकत बूंद का गारा, हाड़ मास नाड़ी को पिंजर, पंखी बसै बिचारा प्राणी, क्या तेरा क्या मेरा जैसे तरवर,
पंख बसेरा राखो कंध उसारो नीवा 3.5 हाथ तेरी सीमा। अज तक ऐसा होया होवे भी किसी बंदे ने अरबा खरबा रुपया ला के कोठी बनाई होगी तो जो बंदे की मौत होगी तो घरदियां ने कहा होगा भी इन्ना पैसा लाया, चलो ये कोठी की एक नुक्कर में साड़ दो, इनू संस्कार कर दो। अज तक होया ऐसा नहीं हुंदा। भगत कबीर साहब जी कहते हैं कि प्यारिओ जो बंदे की मौत होंदी है, बंदा मर जाता है, कहते घनी तो 4.25 हथ मिल जाएगी, इस तो बाद किन्नी जगह बंदे नूं मिलेगी। पर जे ये ज्ञान आ जाए, ये समझ आ जाए तो फिर बंदा धक्के दे नाल लोकां दे होटलों उत्ते, धक्के नाल लोकां दीयां जमीनां उत्ते, धक्के नाल लोकां दे कारोबारां उत्ते फिर बंदा धक्का करके उन्होंने नहीं अपनाएगा, भाव कि धक्का करके बंदा उस चीज़ के उत्ते कब्जा नहीं करेगा। कि ऐसा हो नहीं रहा? रेता ते कब्जे हो गए, बजरियां ते कब्जे हो गए, पानियां ते कब्जे हो गए, मिट्टियां ते कब्जे हो गए। जे कोई बंदा थोड़ा बहुत भी कहता मैं फलाना कारोबार करता, अगला कहता मेरा विच हिस्सा जरूर रख ली। दसो भी उन्होंने बंदियां नूं इहदा मतलब अज तक समझ ही नहीं आई कि अरबां खरबां दी जायदाद इकट्ठी करके लैके कित्थे जानी है। पर साहब कहते डका फूका है, कौन उन्होंने समझावे? उन्होंने अगों कह के तो वेखो साहब कहते डकार मारते ने, अगों फूका मारते ने। पर साहब जी कहते ये नहीं पता ये डकार ते फूका उन्ना चिर ही है जिन्ना चिर तेरे अंदर प्राण चलते, जिस दिन श्वास निकल जाने मिट्टी की ढेरी तू हो जाना, फिर पता लगेगा तेरिया फूका किधर जांदियां ने। पर जिउंदे जी बंदे की जो फूक जिउंदे जी भी निकल जाती है, मरण तो बाद की गल नहीं, जिउंदे जी भी बंदे दियां फूका निकल जांदियां ने। वाहिगुरू कृपा करे फूका शायद थोड़े समय तक ही निकल जाणगियां, पर गुरु महाराज जी कृपा करन बंदा किन्ना क चिर यह हंकार दे घोड़े ते सवार रहेगा, किन्ना क चिर हौमे नूं पट्ठे पाउंदा रहेगा। ये समा सदा वास्ते इस तरह का एक लगातार नहीं चलता। साहब जी कहते प्रभु के घर में कोई नहीं पता, वो खेड इहो जी वरता दिंदा है। सतगुरु महाराज जी कहते हैं कि वह राजियां नूं भीख मंगण भी ला सकता है। राजियां दे कोल भीख ही नहीं, उन्होंने घाह खवाउण ते भी मजबूर खाण ते मजबूर कर सकता है। उस मालक तो डरना चाहिए। अज के शब्द च गुरु साहब यही कहते हैं कि ऐ भाई उस मालक तो डरना चाहिए है। जे वाहिगुरू ने तेनों धन दौलत पदार्थ दिते ने, इन्हां दा मान हंकार ना करी। उन्हां वल्ले भी वेख ला जिहड़े जमीन ते चलदे ने, उन्हां वल्ले भी वेख। भगत कबीर साहब जी ने एक बड़ा प्यारा सुंदर शब्द किया है। वो कहने कि राजन कौन तुम्हारे आवे, ऐ दुर्योधन तू कहना मेरे घरे कृष्ण नहीं आया, क्यों नहीं आया? उसका कारण है कोई। राजन कौन तुम्हारा आवे, कह लगे ऐसो भाव बिदर को देखियो ओ गरीब मोहे भावे। भी मैनू वो जिहड़ा बिदर है ना, वो मैं प्रेम वेख्या, मैनू वो चंगा लगा। मैं उन्होंने जिहड़ा सी उहदे घरे गया, कह लगे तेरे कोले की है? कह लगे तू घोड़ियां दा हाथियां दा मान हंकार करदा है, पर उहदे घर दे विच कखां दी कुल्ली ते मैं जिहड़ा बैठ के रब दे गीत गाए ने। तेरे घर का दुध ते ओहदे घर का जिहड़ा पानी है वह भी मैनू अमृत वर्गा लगता है। तेरे घर दियां बणियां हुई खीरां ते ओहदे घर का बनया होया अलूना साग खा के मैनू आनंद आ गया। एक भगत कबीर साहब जी ने कृष्ण के संबंध में दुर्योधन के बारे ये शब्द वरतिया। पर मैं जो कहना कि इस जो असी गुरु नानक देव महाराज जी के जीवन नाल तकते हैं, तो गुरु नानक देव सच्चे पातशाह महाराज जी ने भी गुरमुखो भाई लालो के घरे जाके सुक्का प्रशादा मिसा प्रशादा अलूना साग खा लिया, पर मलक भागो की रोटी नहीं खाधी। साहब ने कहा तेरी रोटी में खून नज़र आता है, ये गरीबों का निचोड़िया होया खून है। कि अज कोई बाबा कहेगा भी तुहाडे पैसे नहीं लैने क्योंकि समैक बेच के तुसीं इकट्ठे कीते? कौन कहेगा? कोई बाबा बोलेगा भी ये समैक दे लोगों के घर च पचा के नौजवानी बर्बाद कर दी है, तो जिहड़े पैसे साडे कोल लैके असीं नहीं लैणे? उत्ते उन्हां दी साँझ ही मलक भागवां दे नाल है। भाई लालो बेचारे नूं कौन पुछदा है? साहब जी कहंदे ने पर इस गल दा मनुख नूं ज्ञान नहीं है। साहब कहंदे डक्का फूका खे उड़ावे, ए जिहड़ा हाथी है जीव रूपी हाथी मनुख की गल की है। साहब जी कहते धन दौलत पदार्थ इकत्र करके इन्ना हौमे हंकार में आ जाता है, गरीब वल्ले वेखदा ही नहीं है, वो वल्ले तकदा ही नहीं है। पर साहब कहते जदों ये प्राण निकल गए, जदों श्वास निकल गए, उदों जीव के पल्ले केवल तो केवल पछतावा ही रह गया। पहली पंक्ति में सतगुरु जी ने यह कृपा की। साहब कृपा करते ने अंधी फूक मुई दीवानी। साहब कहते उस बंदे की फिर फूक जो परमात्मा ने कढ़ दी ना, तो साहब जी कहते उस अन्ने नूं उस झल्ले नूं पता ही उदों लगा जदों उहदी फूक निकली, भाव कि जदों प्राण निकल गए सोचिया ये सारा कुछ जो कुछ कीता सी इहदे इत्थे छड्ड के तुर गया बंदा संसार तो। साहब कहते ने खसम मिटी प्रभ फिर भानी। जे कोई खसम परमात्मा मिटी का भाव है समाज आवे,
जे कोई खसम परमात्मा वाहिगुरु परमेश्वर के उत्ते अपनी टेक भरोसा रखे फिर भानी दे अर्थ ने फिर चंगी लगती है। हुण देखो असी गल्लां ते करदे हां बड़ियां वड्डियां कि महाराजा रणजीत सिंह दा राजनी सेवा, क्योंकि अज प्रकरणी राजनीतिक पक्ष के उत्ते चलदा पिया कि बंदा हंकारी जदों हो जाता है। पर उहदे नाल एक मैं प्रमाण तुहानूं दे दियां, जिन्हां नूं समझ आ जाती है ना, जिन्हां नूं सोझी आ जाती है, वो सारा कुछ हुंदियां होइयां भी परमात्मा के भय विच चलदे ने। असीं महाराजा रणजीत सिंह दीयां कई उदाहरणां लैने कि महाराजा रणजीत सिंह दे कोले भी ते राज सी, महाराजा रणजीत सिंह दे कोले भी ते फौज सी, महाराजा रणजीत सिंह दे कोले किहड़ी गल दी घाट सी, हरेक चीज़ महाराजा रणजीत सिंह कोले सी। ते इतिहास कहता जदों कोई चंगी चीज़ तो भाव है कोई वधिया चीज़ महाराजा रणजीत सिंह नूं लिया के भेटा करदा सी, वो इक्को ही शब्द कहता सी, रणजीत सिंह ये तेरे वास्ते नहीं, ये गुरु रामदास के घर वास्ते है, तेरे वास्ते नहीं है, ये गुरु रामदास के घर वास्ते है, ये उत्थे लैके जा तू इनू, क्योंकि गुरु रामदास ने तेनू जे अज राजा बनाया बादशाह बनाया तो उहदी किरपा नाल तू बनया रणजीत सिंघा, ये गुरु रामदास के घर में लै जा। ਜਿਹੜਾ भी कोई उन्होंने चंगा बस्तर मिलता सी जां कह लो चाननियां चंदोए चंगे मिलते सन जिन्हां दे उत्ते हीरियां जड़े हुए सन, महाराजा अपने उत्ते नहीं सी लवाउंदा, कहंदा सी गुरु रामदास के दरबार च लै जाओ। तो मैं उस चीज़ में जो दूजा पक्ष वेखदा एक महाराजा रणजीत सिंह जिहड़ा कहंदा जे चंगी चीज़ आई गुरु रामदास के घर में लै जाओ, तो अज दे जिहड़े लोग ने वो कहंदे गुरु रामदास दे जिहड़ी गोलक है ये सारी दी सारी लुटा दिओ, कोई नन्ही छां दे ना हेठ लटाई जा रहा है तो कोई किसी के ना हेठ लटाई जा रहा है, ये पैसा जो गुरु रामदास के दरबार का किधर जा रहा है। एक वो भी राजा ही है ना जिहड़ा कहंदा जो कुछ आ गुरु रामदास के घर च चलिया जाए, ये कहंदा जो गुरु रामदास के घर विचों मेरे घर विच आ जाए, फिर समझना तो पेगा ना भी राज ते सेवा किहदी हो रही तो कौन कर रहा है। महाराजा रणजीत सिंह के कई प्रमाण ने, उन्होंने कोल एक आया पांडी, उन्हें कहा मेरे को दाना नहीं है कणक नहीं है, तो महाराज ने कहा अज भंडार लाए ने तू भी लै जा, पोतरे नूं नाल लैके आया। कई बारे प्रमाण सुने, उस पोतरे ने पंड वड्डी बन लई चुकी ना गई, महाराजा रणजीत सिंह कोल आया कलगी सिर दी लाई, अपने आप नूं उन्हें जिहड़ा सी कह लो कि शो नहीं होण दिता कि मैं रणजीत सिंह हाँ, मैं महाराजा हाँ। भेस बदल के बाबे कोले आके कहन लगा बजुर्गा की गल है, कहन लगा नौजवाना आ पंड मैं भारी पा बैठा, ये दाने वध पा बैठा, चाहता हाँ जे कढ़ दिते ते मन च एक लालच है भी चलो जिन्ने दाने वध लै जावांगा 4 दिन सौखे लंघ जाणगे। तो महाराजे ने एक होर 2 बंदियां नूं आवाज़ मारी, कहंदा चुको तो मेरे सिर ते रखा दिओ। जदों सिर ते रखाई महाराजे ने उहदे घर विच छड्ड के आया, तो जदों तुरन लग्या तो बजुर्ग ने कहा नौजवाना जरा रुकी, तेरा चेहरा मोहरा साडे महाराजा रणजीत सिंह वर्गा लगता है, साडा महाराजा भी तेरे वर्गा ही है नौजवाना। तो महाराजा रणजीत सिंह ने कहा भी बजुर्ग की भावना नूं वेख्या पर दस ही दिता। महाराजा रणजीत सिंह ने कहन लगा बाबा मेरे वर्गा नहीं, असल में मैं ही रणजीत सिंह हाँ। तो कहन लगे बजुर्ग कहंदा सी ए नौजवाना ए महाराजा रणजीत सिंह तेरे पैरों नूं हथ लाउण नूं जी करदा। उन्हें कहा नहीं बाबा मेरे नहीं तेरे पैरों नूं हथ लावां, जिन्हें मैनूं इस सेवा का मौका दिता कौन रीस करेगा महाराजा रणजीत सिंह दी। एक वो जिहड़ा लोकां दे घरां विच दाणे पहुँचा के जांदा है, एक वो अज दा जिहड़ा राजनीतिक बंदा जिहड़ा कहंदा मैं लोकां दे घर च दाणा रहण ही कोई नहीं देना, वो कहना लोगों के घर च मैं पैसा रहन नहीं देना। एक लोगों के घरों चो पैसा कढ़ के अपने घरों च भरदा पिया, एक कहना मैं अपने घर विचों दूजियां के घरों च पहुँचा दिया। तो फिर सोचना तो पेगा ना कि जो गुरु नानक देव जी अज दे शब्द विच कह रहे हैं, मेरे साहब जी कहते हाँ ये जेड़ा कोई अपने जीवन ते टका लेगा शब्द नूं, मेरे साहब कहते मालिक नूं चंगा लगेगा। कौन चंगा लगेगा? खसमै मिटी फिर भानी। खसम परमात्मा दे विच जिहड़ा अपने आप नूं समा लवेगा, जिहड़ा ये कह देवेगा कि मेरा मुझ में किश नहीं, जो किश है सो तेरा, तेरा तुझको सौंप दे क्या लागै, मेरा शब्द मेरा है। मैं चाहांगा शब्द की विचार बाकी दी कल कर सकांगे, क्योंकि आपां काली काली करके जे करिए शब्द की विचार तो भावें 1 मिनट च पंक्तियां पढ़ के मैं उहदे अर्थ कर दियां, पर मैं नहीं चाहुंदा। शब्द जिहड़ा है इहनूं बड़ा होर भी विचार मंगदा है। सतगुरु कृपा करन गरीब नवाज पातशाह केवल आपां 2 पंक्तियां दी विचार कीती है। कल दी पंक्ति विच सतगुरु महाराज जी जिक्र करनगे परमात्मा नूं कौन चंगे लगदे ने, कौन भा जांदे ने परमात्मा नूं, जिन्हां दे अंदर हौमे हंकार वाहिगुरू खत्म कर दिंदा, उन्हां दा जीवन कैसा हुंदा है, फिर किवें मालक नूं अभाउंदे ने। अज दीयां केवल 2 पंक्तियां विच इह सी विचार कि मनुख हौमे हंकार दे जदों घोड़े ते सवार हुंदा है उहनूं कुछ नहीं सुझदा,
ਪਰ ਸਾਹਿਬ ਜੀ ਕਹਿੰਦੇ ਇਹ ਹਉਮੈ ਤੇ ਹੰਕਾਰ ਮਨੁੱਖ ਨੂੰ ਆਖਰਕਾਰ ਬਰਬਾਦੀ ਵਾਲੇ ਬੰਨੇ ਲੈ ਜਾਂਦਾ ਹੈ, ਕਿਉਂਕਿ ਸਾਹਿਬ ਜੀ ਕਹਿੰਦੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਪਰਮਾਤਮਾ ਦੀ ਉਹਨਾਂ ਵੱਲੇ ਪਿੱਠ ਹੁੰਦੀ ਹੈ ਜਿਹੜੇ ਜੀਵ ਹਉਮੈ ਹੰਕਾਰ ਵਿੱਚ ਹੁੰਦੇ ਹੈ, ਜਿਹੜੇ ਜੀਵ ਪ੍ਰਭੂ ਪਰਮਾਤਮਾ ਦੇ ਹੁਕਮ ਰਜ਼ਾ ਤੇ ਨਿਮਰਤਾ 'ਚ ਰਹਿੰਦੇ ਨੇ, ਪਰਮਾਤਮਾ ਉਹਨਾਂ ਦੇ ਨੇੜੇ ਹੁੰਦਾ ਹੈ। ਸਤਿਗੁਰੂ ਕਿਰਪਾ ਕਰਨ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਦੇ ਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਟੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣ ਯੋਗ ਹੈ ਫਲ ਚੁੱਕ ਦੀ ਖਿਮਾ। ਅਗਾਂਹ ਵਾਸਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸਮਤ ਬਖਸ਼ਿਸ਼ ਕਰਨ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਿਆਰ ਨਾਲ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਨੂੰ ਸਰਵਣ ਕੀਤਾ ਹੈ। ਸਤਿਗੁਰੂ ਮਹਾਰਾਜ ਜੀ ਸਮਤ ਸੋਝੀ ਬਖਸ਼ਿਸ਼ ਕਰਕੇ ਆਪ ਹੀ ਸੇਵਾ ਲੈਣ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ। ਆਪ ਸਾਰੀ ਸੰਗਤ ਦਾ ਧੰਨਵਾਦ। ਫੁੱਲ ਚੁੱਕ ਦੀ ਖਿਮਾ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।